ਨਵਾਂ ਸਰਕੂਲਰ ਆਇਆ ਉਹਦੇ 'ਚ ਜਿੰਨੀਆਂ ਵੀ ਖੇਤਰੀਆਂ ਭਾਸ਼ਾਵਾਂ ਨੇ ਉਹਨੂੰ ਮਾਈਨਰ ਵਰਗ 'ਚ ਪਾਇਆ ਗਿਆ, ਕਲਾਸੀਫਾਈ ਕਰਤਾ 10ਵੀਂ ਤੇ 12ਵੀਂ ਜਮਾਤਾਂ ਦੀ। ਕਿਵੇਂ ਦੇਖਦੇ ਹੋ ਫੈਸਲੇ, ਇਹ ਕਿਉਂ ਕੀਤਾ ਗਿਆ? ਮਾਈਨਰ ਮੇਜਰ ਦਾ ਸਵਾਲ ਨਹੀਂ ਹੈ, ਖੇਤਰੀ ਭਾਸ਼ਾ ਨੂੰ ਕੱਢ ਦਿੱਤਾ ਗਿਆ, ਇਹ ਜ਼ਰੂਰੀ ਹੈ ਹੀ ਨਹੀਂ। ਪਹਿਲਾਂ ਦੀ ਵੰਡ ਅੱਜ ਦੀ ਨਹੀਂ ਹੋਈ, ਇਹ ਪਹਿਲਾਂ ਕਰਤੀ 6 ਮਹੀਨੇ ਪਹਿਲਾਂ ਨਿਊ ਐਜੂਕੇਸ਼ਨ ਪਾਲਿਸੀ ਤੋਂ ਬਾਅਦ ਇਹ ਵੰਡ ਕਰਤੀ। ਨਿਊ ਐਜੂਕੇਸ਼ਨ ਪਾਲਿਸੀ 'ਚ ਲਿਖਤਾ ਵੀ ਜਿੱਥੋਂ ਤੱਕ ਸੰਭਵ ਹੋਵੇ 5ਵੀਂ ਤੱਕ ਮਾਤ ਭਾਸ਼ਾ 'ਚ ਪੜ੍ਹਾਈ ਕਰਾਈ ਜਾਵੇ। ਮਤਲਬ 5ਵੀਂ ਤੋਂ ਬਾਅਦ ਤਾਂ ਮਾਤਾ ਭਾਸ਼ਾ ਦੀ ਲੋੜ ਹੀ ਨਹੀਂ ਹੈ, ਉਹ ਤੋਂ ਪਹਿਲਾਂ ਕੱਢਤੀ। ਫਿਰ 5ਵੀਂ ਤੱਕ ਵੀ ਲਿਖਤਾ ਜਿੱਥੋਂ ਤੱਕ ਸੰਭਵ ਹੋਵੇ। ਮੈਂ ਕਹਿੰਦਾ ਜੀ ਮੇਰਾ ਸਕੂਲ, ਮੈਂ ਕਹਿੰਦਾ ਜੀ ਮੈਨੂੰ ਤਾਂ ਸੰਭਵ ਨਹੀਂ ਹੈ ਪੜ੍ਹਾਉਣਾ ਪੰਜਾਬੀ 'ਚ, ਮੈਂ ਨਹੀਂ ਪੜ੍ਹਾਉਣਾ, ਤਾਂ ਮੈਨੂੰ ਸਰਕਾਰ ਕਹਿ ਨਹੀਂ ਸਕਦੀ ਕੁਛ, ਪੰਜਾਬ ਸਰਕਾਰ ਮੇਰੇ 'ਤੇ ਰੋਹ ਨਹੀਂ ਪਾ ਸਕਦੀ। ਇਹ ਜੀ ਇਹ ਪੰਜਾਬ ਨੇ ਤਾਂ ਪਹਿਲਾਂ ਹੀ ਕਿਹਾ ਭਾਸ਼ਾ ਐਕਟ ਦੇ ਅੰਦਰ ਤੁਹਾਨੂੰ ਪੰਜਾਬੀ ਪੜ੍ਹਾਉਣੀ ਪਊ। ਪੰਜਾਬ ਨਹੀਂ ਕੰਪਲਸਰੀ ਕਰ ਸਕਦਾ CBSE ਸਕੂਲਾਂ 'ਚ, ਪੰਜਾਬ ਨੂੰ ਭੁਲੇਖਾ ਹੈ। ਉਹ ਡਰ ਕੇ ਮੰਨੀ ਜਾਣ ਤਾਂ ਵੱਖਰੀ ਗੱਲ ਹੈ, ਜੋ ਕਹਿ ਦੇਣ ਨਾ ਕੋਈ ਅੜ ਜੇ ਕੇ ਮੈਂ ਨਹੀਂ ਕਰਾਉਂਦਾ ਜੀ। ਪੰਜਾਬ ਕੋਲ ਕੋਈ ਤਾਕਤ ਨਹੀਂ ਲੀਗਲੀ। 10ਵੀਂ 'ਚ ਕਿਹਾ ਵੀ 5 ਸਬਜੈਕਟ ਨੇ, ਤੇ 5 ਸਬਜੈਕਟਾਂ ਦੇ ਵਿੱਚ ਕਿਹੜੇ ਕਿਹੜੇ ਪਾਏ ਨੇ? ਹਿੰਦੀ, ਅੰਗਰੇਜ਼ੀ, ਸੋਸ਼ਲ ਸਾਇੰਸਿਸ, ਸਾਇੰਸ ਤੇ ਮੈਥਮੈਟਿਕਸ। ਕਿੱਥੇ ਹੈ ਬਾਕੀ ਭਾਸ਼ਾ? ਐਡੀਸ਼ਨਲ ਦੇ ਵਿੱਚ ਲਿਖਿਆ ਪ੍ਰੈਫਰੇਬਲੀ ਇਨਫੋਰਮੇਸ਼ਨ ਟੈਕਨੋਲੋਜੀ। ਆਹ 6 ਵਿਸ਼ੇ ਨੇ। +2 ਦੇ ਲੈਵਲ ਦੇ ਉੱਤੇ ਸਬਜੈਕਟ ਬਣਤੇ CBSE ਨੇ ਕਿ ਜੀ 7 ਸਬਜੈਕਟ ਨੇ। ਸਬਜੈਕਟ 1 ਉਹ 'ਚ ਲਿਖਤਾ ਹਿੰਦੀ ਇਲੈਕਟਿਵ ਔਰ ਕੋਰ ਔਰ ਇੰਗਲਿਸ਼ ਇਲੈਕਟਿਵ ਔਰ ਕੋਰ, ਇਹਨਾਂ 'ਚੋਂ ਇੱਕ ਲੈਣਾ। ਨੰਬਰ 2 ਦੇ ਉੱਤੇ ਲਿਖਤਾ ਆਲ ਲੈਂਗੁਏਜ ਔਰ ਗਰੁੱਪ A ਸਬਜੈਕਟ, ਵਨ ਆਫ ਦੀ ਗਰੁੱਪ A ਸਬਜੈਕਟਸ। ਇਹਦਾ ਮਤਲਬ ਲੈਂਗੁਏਜ ਭਾਵੇਂ ਨਾ ਹੀ ਲਵੇ ਕੋਈ। ਅੱਛਾ, ਫਿਰ ਪੜ੍ਹਾਉਣ ਵਾਲਾ ਕਾਲਜ ਵਾਲਾ ਕਹਿ ਦੂਗਾ ਵੀ ਸਾਡੇ ਕੋਲ ਤਾਂ ਹੈ ਹੀ ਨਹੀਂ ਜੀ। ਸੋ ਇਹ ਜਿਹੜੀਆਂ ਰੀਜਨਲ ਭਾਸ਼ਾ ਕੱਢਤੀਆਂ ਵਿੱਚੋਂ ਬੇਸਿਕਲੀ, ਇਹ ਤਾਂ ਕੋਈ ਧੱਕੇ ਨਾਲ ਹੀ ਪੜ੍ਹਨਾ ਚਾਹੇ ਤਾਂ ਪੜ੍ਹਿਆ ਜਾਊਗਾ। ਇਹ ਸਹਿਜ ਸੁਭਾਅ ਇਹ ਨਹੀਂ ਵੀ ਪੰਜਾਬ 'ਚ ਲੱਗ ਜੂਗੀ। CBSE ਵੱਲੋਂ ਇੱਕ ਨਵਾਂ ਸਰਕੂਲਰ ਕੱਢਿਆ ਗਿਆ ਹੈ, ਉਹਦੇ ਜਿੰਨੀਆਂ ਵੀ ਖੇਤਰੀ ਭਾਸ਼ਾਵਾਂ ਨੇ ਉਹਨਾਂ ਨੂੰ ਮਾਈਨਰ ਵਿਸ਼ਾ ਵਰਗ 'ਚ ਪਾਇਆ ਗਿਆ। CM ਚੰਨੀ ਨੇ ਇਸ ਗੱਲ ਦਾ ਵਿਰੋਧ ਕੀਤਾ, ਟਵੀਟ ਰਾਹੀਂ ਇਸ ਫੈਸਲੇ ਨੂੰ ਤਾਨਾਸ਼ਾਹੀ ਦੱਸਿਆ। ਸਾਡੇ ਨਾਲ ਮੌਜੂਦ ਨੇ ਸਿੱਖਿਆ ਦੇ ਐਕਸਪਰਟ ਮਾਹਰ ਡਾਕਟਰ ਪਿਆਲਾ ਗਰਗ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਇਸ ਮਸਲੇ ਬਾਰੇ। ਗਰਗ ਸਾਹਿਬ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ TV ਤੇ। ਨਵਾਂ ਸਰਕੂਲਰ ਆਇਆ, ਉਹਦੇ 'ਚ ਜਿੰਨੀਆਂ ਵੀ ਖੇਤਰੀਆਂ ਭਾਸ਼ਾਵਾਂ ਨੇ ਉਹਨੂੰ ਮਾਈਨਰ ਵਰਗ 'ਚ ਪਾਇਆ ਗਿਆ, ਕਲਾਸੀਫਾਈ ਕਰਤਾ 10ਵੀਂ ਤੇ 12ਵੀਂ ਜਮਾਤਾਂ ਦੇ। ਕਿਵੇਂ ਦੇਖਦੇ ਹੋ ਫੈਸਲੇ, ਇਹ ਕਿਉਂ ਕੀਤਾ ਗਿਆ? ਤੁਹਾਨੂੰ ਕੀ ਲੱਗਦਾ ਕਿਉਂ ਕੀਤਾ ਗਿਆ? ਅਸਲ 'ਚ ਇਹ ਸ਼ੁਭਕਰਮਨ ਜੀ ਕੋਈ ਸੋਚ ਹੀ ਨਹੀਂ ਰਿਹਾ। ਮਾਈਨਰ ਮੇਜਰ ਦਾ ਸਵਾਲ ਨਹੀਂ ਹੈ, ਖੇਤਰੀ ਭਾਸ਼ਾ ਨੂੰ ਕੱਢ ਦਿੱਤਾ ਗਿਆ, ਇਹ ਜ਼ਰੂਰੀ ਹੈ ਹੀ ਨਹੀਂ। ਇਹ ਗੱਲ ਨੂੰ ਕੋਈ ਦੇਖਣਾ ਮਾਈਨਰ ਤੇ ਪਤਾ, ਉਹ ਕਹਿੰਦੇ ਜੀ ਅਸੀਂ ਤਾਂ ਮਾਈਨਰ 'ਚ ਅਸੀਂ ਤਾਂ ਸੁਵਿਧਾ ਵਾਸਤੇ ਪਾਇਆ ਹੈ, ਸਿਲੇਬਸ ਉਹੀ ਰੱਖਿਆ ਹੋਵੇ ਸਿਲੇਬਸ। ਮੈਂ ਦੱਸਦਾ ਹੁਣ ਕੀ ਹੈ। 10ਵੀਂ 'ਚ ਕਿਹਾ ਵੀ 5 ਸਬਜੈਕਟ ਨੇ, ਤੇ 5 ਸਬਜੈਕਟਾਂ ਦੇ ਵਿੱਚ ਕਿਹੜੇ ਕਿਹੜੇ ਪਾਏ ਨੇ? ਹਿੰਦੀ, ਅੰਗਰੇਜ਼ੀ, ਸੋਸ਼ਲ ਸਾਇੰਸਿਸ, ਸਾਇੰਸ ਤੇ ਮੈਥਮੈਟਿਕਸ। ਕਿੱਥੇ ਹੈ ਬਾਕੀ ਭਾਸ਼ਾ? ਐਡੀਸ਼ਨਲ ਦੇ ਵਿੱਚ ਲਿਖਿਆ ਪ੍ਰੈਫਰੇਬਲੀ ਇਨਫੋਰਮੇਸ਼ਨ ਟੈਕਨੋਲੋਜੀ। ਆਹ 6 ਵਿਸ਼ੇ ਨੇ। ਕਿਤੇ ਲੱਭੀ ਤੁਹਾਨੂੰ ਰੀਜਨਲ ਭਾਸ਼ਾ? ਜੇ ਹਿੰਦੀ ਅੰਗਰੇਜ਼ੀ ਦੋਨੇ ਨੇ, ਕਿਉਂ ਦੋਨੇ ਜ਼ਰੂਰੀ ਨੇ? ਤੁਸੀਂ ਕਹੋ ਇੱਕ ਅੰਗਰੇਜ਼ੀ ਜਾਂ ਹਿੰਦੀ, ਇੱਕ ਆਪਦੀ ਸੂਬੇ ਦੀ ਭਾਸ਼ਾ। ਚੋਇਸ ਜਿਹੜੀ ਮਰਜ਼ੀ ਕਰ ਲਿਆ ਅਗਲਾ, ਅਸੀਂ ਕਰਦੇ ਆਏ ਹਾਂ। ਹੁਣ ਜਿਵੇਂ ਮੈਂ ਅੰਗਰੇਜ਼ੀ ਔਰ ਪੰਜਾਬੀ ਦੋਨੇ ਪੜ੍ਹੀਆਂ ਨੇ 10ਵੀਂ 'ਚ, ਮੈਂ ਨਹੀਂ ਪੜ੍ਹੀ ਹਿੰਦੀ। ਕਈ ਹਿੰਦੀ, ਪੰਜਾਬੀ, ਅੰਗਰੇਜ਼ੀ ਤਿੰਨੇ ਪੜ੍ਹ ਲੈਂਦੇ ਸੀ। ਸੋ ਇਹ ਤਾਂ ਆਪਦੀ ਚੋਇਸ ਹੈ। ਪਰ ਰੀਜਨਲ ਭਾਸ਼ਾ ਜਿਹੜੀ ਹੋਣੀ ਚਾਹੀਦੀ ਉਹ ਸਾਰੀਆਂ ਕੱਢਤੀਆਂ। 22 ਭਾਸ਼ਾ ਨੇ ਜਿਹੜੀਆਂ ਸਾਡੇ ਸ਼ਡਿਊਲ 'ਚ ਨੇ, ਉਹ ਪਿਆ ਕੌਨਸਟੀਟਿਊਸ਼ਨ ਸ਼ਡਿਊਲ 'ਚ 22 ਭਾਸ਼ਾ ਨੇ। ਪੰਜਾਬੀ ਜਿਹੜੀ ਹੈ ਇਹ ਪਹਿਲਾਂ 14 ਸੀਗੀਆਂ ਜਾਂ ਸ਼ੁਰੂ 'ਚ, ਉਹ 14 'ਚ ਵੀ ਪੰਜਾਬੀ ਸੀਗੀ। ਪੰਜਾਬੀ ਸ਼ਡਿਊਲਡ ਭਾਸ਼ਾ, ਇਹਦਾ ਹਿੰਦੀ ਦੇ ਬਰਾਬਰ, ਸੰਸਕ੍ਰਿਤ ਦੇ ਬਰਾਬਰ, ਇਹਦਾ ਮਲਿਆਲਮ, ਤੇਲਗੂ, ਤਾਮਿਲ, ਬੰਗਲਾ, ਮਰਾਠੀ ਸਭ ਦੇ ਬਰਾਬਰ ਦਾ ਦਰਜਾ ਹੈ। ਸੋ ਇੱਕ ਤਾਂ ਇਹ ਹੈ, ਅਸੀਂ ਇਹ ਸਮਝੀ ਨਹੀਂ ਰਹੇ। ਮਾਈਨਰ ਮੇਜਰ ਦਾ ਸਵਾਲ ਨਹੀਂ ਹੈ, ਇਹ ਸਵਾਲ ਵੱਡਾ ਹੈ ਕਿ ਵਿੱਚੋਂ ਕੱਢਤੀ ਹਾਂ ਭਾਸ਼ਾ। ਦੂਜਾ +2 ਦੇ ਲੈਵਲ ਦੇ ਉੱਤੇ ਸਬਜੈਕਟ ਬਣਤੇ CBSE ਨੇ। ਇੱਕ ਅੱਧੀ ਡੇਟ ਸ਼ੀਟ ਤੇ ਰੌਲਾ ਪਾ ਰਹੇ ਨੇ ਕਿ ਇਹਨਾਂ ਦੇ ਸਿੱਖਿਆ ਸ਼ਾਸਤਰੀ ਨੇ ਦੇਖਿਆ ਹੀ ਨਹੀਂ। ਸਬਜੈਕਟ ਬਣਤੇ ਕਿ ਜੀ 7 ਸਬਜੈਕਟ ਨੇ, ਗਰੁੱਪ ਬਣਾਤੇ। ਸਬਜੈਕਟ 1 ਉਹ 'ਚ ਲਿਖਤਾ ਹਿੰਦੀ ਇਲੈਕਟਿਵ ਔਰ ਕੋਰ ਔਰ ਇੰਗਲਿਸ਼ ਇਲੈਕਟਿਵ ਔਰ ਕੋਰ, ਇਹਨਾਂ 'ਚੋਂ ਇੱਕ ਲੈਣਾ। ਨੰਬਰ 2 ਦੇ ਉੱਤੇ ਲਿਖਤਾ ਆਲ ਲੈਂਗੁਏਜਸ, ਅਦਰ ਨਹੀਂ ਆਲ ਲੈਂਗੁਏਜਸ, ਉਹਦੇ 'ਚ ਇਹ ਵੀ ਸ਼ਾਮਲ ਨੇ ਹਿੰਦੀ ਵਗੈਰਾ ਵੀ। ਆਲ ਲੈਂਗੁਏਜ ਔਰ ਗਰੁੱਪ A ਸਬਜੈਕਟ, ਵਨ ਆਫ ਦੀ ਗਰੁੱਪ A ਸਬਜੈਕਟਸ। ਇਹਦਾ ਮਤਲਬ ਲੈਂਗੁਏਜ ਭਾਵੇਂ ਨਾ ਹੀ ਲਵੇ ਕੋਈ, ਔਰ ਪਤਾ ਨਾ ਵਿਚਾਰੇ। ਉੱਥੇ ਤਾਂ ਹਿੰਦੀ ਇਲੈਕਟਿਵ, ਹਿੰਦੀ ਕੋਰ, ਇੰਗਲਿਸ਼ ਕੋਰ, ਇਹਨਾਂ ਚਾਰਾਂ 'ਚੋਂ ਇੱਕ ਲੈਣਾ ਹੀ ਪਊ। ਥੱਲੇ ਵਾਲਾ ਚਾਹੇ ਲੈਂਗੁਏਜ ਨਾ ਲਓ ਤੁਸੀਂ, ਸਬਜੈਕਟ ਕੋਈ ਦੂਜੇ ਗਰੁੱਪ A 'ਚੋਂ ਲੈ ਲਓ, ਔਰ ਪਤਾ ਜਦ। ਸੋ ਗਈ ਹੈ ਨਾ ਭਾਸ਼ਾ ਵਿੱਚੋਂ ਜਿਹਦਾ। ਅੱਛਾ, ਫਿਰ ਪੜ੍ਹਾਉਣ ਵਾਲਾ ਕਾਲਜ ਵਾਲਾ ਕਹਿ ਦੂਗਾ ਵੀ ਸਾਡੇ ਕੋਲ ਤਾਂ ਹੈ ਹੀ ਨਹੀਂ ਜੀ। ਤੀਜਾ ਫਿਰ
ਤੀਜੇ ਉਹਨਾਂ ਨੇ ਆਖਿਆ ਵੀ ਗਰੁੱਪ 3 4 5, ਕਿਉਂਕਿ ਇੱਕ ਤੇ 2 ਹੋ ਗਏ ਨਾ, 2 ਚ ਕਿਤੇ ਭਾਸ਼ਾ ਨਹੀਂ ਰਹੀ। 3 4 5 ਦੇ ਵਿੱਚ ਕੋਈ 3 ਸਬਜੈਕਟ ਲੈਣੇ ਨੇ, ਜਾਂ ਉਹ ਲੈਣੇ ਨੇ ਸਕਿੱਲਸ ਦੇ ਵਿੱਚੋਂ, ਜਾਂ ਲੈਣੇ ਨੇ ਐਕੈਡੈਮਿਕ ਸਬਜੈਕਟ ਚੋਂ, ਜਾਂ ਦੋਹਾਂ ਦੇ ਕੰਬੀਨੇਸ਼ਨ ਚੋਂ। ਉਹਦੇ ਚ ਵੀ ਇਹ ਨਹੀਂ ਸ਼ਾਮਲ, ਕੋਈ 3 ਸਬਜੈਕਟ ਚੁਣਨੇ ਨੇ। ਠੀਕ ਹੋ ਗਿਆ। ਫਿਰ ਅੱਗੇ ਹੈਗਾ ਐਡੀਸ਼ਨਲ ਸਬਜੈਕਟ। ਐਡੀਸ਼ਨ ਚ ਫਿਰ ਆਲ ਪਾਦਾ ਲੈਂਗੁਏਜਸ। ਔਰ ਹੁਣ ਤੁਸੀਂ ਦੱਸੋ ਵੀ ਲੈਂਗੁਏਜ ਜੋ ਅਗਲਾ ਕਾਲਜ ਵਾਲੇ ਕਹਿ ਦੇਣਗੇ ਸਭ ਪੜ੍ਹਾਉਣਾ ਨਹੀਂ, ਸਕੂਲ ਵਾਲੇ ਸਾਡੇ ਕੋਲ ਤਾਂ ਹੈ ਨਹੀਂ ਜੀ ਪ੍ਰਬੰਧ ਇਹਦਾ। ਸੋ ਇਹ ਜਿਹੜੀਆਂ ਰੀਜਨਲ ਭਾਸ਼ਾ ਕੱਢਤੀਆਂ ਵਿੱਚੋਂ ਬੇਸਿਕਲੀ, ਇਹ ਤਾਂ ਕੋਈ ਧੱਕੇ ਨਾਲ ਹੀ ਪੜ੍ਹਨਾ ਚਾਹੇ ਤਾਂ ਪੜ੍ਹਿਆ ਜਾਊਗਾ। ਇਹ ਸਹਿਜ ਸੁਭਾਅ ਇਹ ਨਹੀਂ ਵੀ ਪੰਜਾਬ 'ਚ ਲੱਗ ਜੂਗੀ। ਸੋ ਇਸ ਕਰਕੇ ਜਿੰਨੇ ਇਹ ਕੱਲਾ ਮੇਜਰ ਮਾਈਨਰ ਕਹਿ ਕੇ ਰੌਲਾ ਪਾਉਂਦੇ ਨੇ ਜਾਂ ਕਹਿੰਦੇ ਨੇ ਜਾਂ ਆਵਾਜ਼ ਉਠਾਉਂਦੇ ਨੇ, ਇਹਦਾ ਮਤਲਬ ਉਹਨਾਂ ਨੇ ਇਹਨੂੰ ਦੇਖਣ ਦੀ ਕੋਸ਼ਿਸ਼ ਨਹੀਂ ਕਰੀ। ਗੱਲ ਅਸਲ ਸ਼ਰਾਰਤ ਕਿੱਥੇ ਹੈ? ਵੱਡੀ ਸ਼ਰਾਰਤ ਉੱਥੇ ਜਿੱਥੇ ਸਿਲੇਬਸ 'ਚ ਸਾਰਾ ਕੁਛ ਕਰਤਾ। ਇਹਨਾਂ ਦੇ ਸਿੱਖਿਆ ਸ਼ਾਸਤਰੀ ਕੀ ਕਰਦੇ ਸੀ? ਸਕੂਲ ਐਜੂਕੇਸ਼ਨ ਬੋਰਡ ਕੀ ਕਰਦਾ ਸੀ? ਜਿਹੜੇ ਇਹਨਾਂ ਦੇ ਐਕੈਡਮਿਕ ਮਾਹਰ ਨੇ ਉਹ ਕੀ ਕਰਦੇ ਸੀ? ਇਹਨਾਂ ਦੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਕੀ ਕਰਦੇ ਸੀ? ਜੇ ਉਹਨਾਂ ਨੇ ਨਿਊ ਐਜੂਕੇਸ਼ਨ ਪਾਲਿਸੀ ਨਹੀਂ ਦੇਖਣੀ, ਉਹਨਾਂ ਨੇ ਸਕੂਲ ਐਜੂਕੇਸ਼ਨ, ਕਿਉਂਕਿ +2 ਤੋਂ ਬਾਅਦ ਯੂਨੀਵਰਸਿਟੀਆਂ 'ਚ ਹੀ ਜਾਣਾ ਨਾ, ਜੇ ਉਹਨਾਂ ਨੇ ਦੇਖਣਾ ਵੀ +2 'ਚ ਕੀ ਪੜ੍ਹਾਇਆ ਜਾ ਰਿਹਾ ਹੈ। ਕੋਈ ਕਹਿ ਸਕਦਾ ਜੀ ਯੂਨੀਵਰਸਿਟੀ ਦਾ ਕੰਮ ਥੋੜ੍ਹਾ, ਕਿਉਂ ਨਹੀਂ ਯੂਨੀਵਰਸਿਟੀ ਦੇਖੇਗੀ? ਜਿਹੜੇ ਪੜ੍ਹ ਕੇ ਉੱਥੋਂ ਆਉਣੇ ਨੇ ਉਹਨੂੰ ਪਤਾ ਤਾਂ ਹੋਣਾ ਚਾਹੀਦਾ ਵੀ ਕਿਹੋ ਜਿਹੇ ਆਉਣੇ ਨੇ। ਕੀ ਤੁਹਾਨੂੰ ਲੱਗਦਾ ਇਹ ਪ੍ਰੀਖਿਆ ਦਾ ਹਵਾਲਾ ਦੇ ਕੇ ਜਾਂ ਐਡਮਿਨਿਸਟ੍ਰੇਟਿਵ ਈਜ਼ ਵਾਸਤੇ ਵੀ ਸਾਨੂੰ ਐਗਜ਼ਾਮ ਈਜ਼ੀਲੀ ਕੰਡਕਟ ਕਰ ਸਕਾਂਗੇ, 2 ਹਿੱਸਿਆਂ 'ਚ ਜਿਹੜੇ ਵੜਤੇ ਪ੍ਰੀਖਿਆ 1 ਪ੍ਰੀਖਿਆ 2, ਉਹਦੇ ਕਰਕੇ ਉਹਦਾ ਹਵਾਲਾ ਦੇ ਕੇ ਬਹੁਤ ਪਹਿਲਾਂ ਤੋਂ ਹੀ ਪਲੈਨਿੰਗ ਸੀਗੀ ਤੇ ਇੰਪਲੀਮੈਂਟ ਹੁਣ ਕਰਤਾ? ਨਹੀਂ, ਫਿਰ ਇਹੀ ਤਾਂ ਗੱਲ ਨਹੀਂ। ਇਹ ਪਹਿਲਾਂ ਇੰਪਲੀਮੈਂਟ ਹੋਇਆ ਹੈ। ਹੁਣ ਵੰਡਣ ਵੇਲੇ, ਕਿਉਂਕਿ ਜੇ ਕਿਸੇ ਨੇ ਲਿਆ ਹੋਊਗਾ ਸਬਜੈਕਟ, ਇਮਤਿਹਾਨ ਤਾਂ ਲੈਣਾ ਹੀ ਹੈ। ਸਬਜੈਕਟ ਤਾਂ ਕਰਤਾ ਨਾ, ਮੈਂ ਤੁਹਾਨੂੰ ਪਹਿਲਾਂ ਦੱਸਿਆ, ਪਹਿਲਾਂ ਦੀ ਵੰਡ ਅੱਜ ਦੀ ਨਹੀਂ ਹੋਈ। ਇਹ ਪਹਿਲਾਂ ਕਰਤੀ 6 ਮਹੀਨੇ ਪਹਿਲਾਂ, ਨਿਊ ਐਜੂਕੇਸ਼ਨ ਪਾਲਿਸੀ ਤੋਂ ਬਾਅਦ ਇਹ ਵੰਡ ਕਰਤੀ। ਨਿਊ ਐਜੂਕੇਸ਼ਨ ਪਾਲਿਸੀ 'ਚ ਲਿਖਤਾ ਵੀ ਜਿੱਥੋਂ ਤੱਕ ਸੰਭਵ ਹੋਵੇ 5ਵੀਂ ਤੱਕ ਮਾਤ ਭਾਸ਼ਾ 'ਚ ਪੜ੍ਹਾਈ ਕਰਾਈ ਜਾਵੇ। ਮਤਲਬ 5ਵੀਂ ਤੋਂ ਬਾਅਦ ਤਾਂ ਮਾਤ ਭਾਸ਼ਾ ਦੀ ਲੋੜ ਹੀ ਨਹੀਂ ਹੈ, ਉੱਥੋਂ ਪਹਿਲਾਂ ਹੀ ਕੱਢਤੀ। ਰੀਜਨਲ ਲੈਂਗੁਏਜ ਮਾਤ ਭਾਸ਼ਾ ਹੀ ਨਹੀਂ ਨਾ, ਉੱਥੋਂ ਤਾਂ ਪਹਿਲਾਂ ਹੀ ਕੱਢਤੀ। ਫਿਰ 5ਵੀਂ ਤੱਕ ਵੀ ਲਿਖਤਾ ਜਿੱਥੋਂ ਤੱਕ ਸੰਭਵ ਹੋਵੇ। ਮੈਂ ਕਹਿੰਦਾ ਜੀ ਮੇਰਾ ਸਕੂਲ, ਮੈਂ ਕਹਿੰਦਾ ਜੀ ਮੈਨੂੰ ਤਾਂ ਸੰਭਵ ਨਹੀਂ ਹੈ ਪੜ੍ਹਾਉਣਾ ਪੰਜਾਬੀ 'ਚ, ਮੈਂ ਨਹੀਂ ਪੜ੍ਹਾਉਣਾ, ਤਾਂ ਮੈਨੂੰ ਸਰਕਾਰ ਕਹਿ ਨਹੀਂ ਸਕਦੀ ਕੁਛ, ਪੰਜਾਬ ਸਰਕਾਰ ਮੇਰੇ 'ਤੇ ਰੋਲ ਨਹੀਂ ਪਾ ਸਕਦੀ। ਫਿਰ ਕਈਆਂ ਨੇ ਰੌਲਾ ਪਾਇਆ, ਮੈਂ ਅੱਜ ਕਈ ਆਰਟੀਕਲ ਕਿ ਜੀ ਇਹ ਪੰਜਾਬ ਨੇ ਤਾਂ ਪਹਿਲਾਂ ਹੀ ਕਿਹਾ ਭਾਸ਼ਾ ਐਕਟ ਦੇ ਅੰਡਰ ਤੁਹਾਨੂੰ ਪੰਜਾਬੀ ਪੜ੍ਹਾਉਣੀ ਪਊ। ਪੰਜਾਬ ਨਹੀਂ ਕੰਪਲਸਰੀ ਕਰ ਸਕਦਾ CBSE ਸਕੂਲਾਂ 'ਚ, ਪੰਜਾਬ ਨੂੰ ਭੁਲੇਖਾ ਹੈ। ਉਹ ਡਰ ਕੇ ਮੰਨੀ ਜਾਣ ਤਾਂ ਵੱਖਰੀ ਗੱਲ ਹੈ, ਜੋ ਕਹਿ ਦੇਣ ਨਾ ਕੋਈ ਅੜ ਜੇ ਕੇ ਮੈਂ ਨਹੀਂ ਕਰਾਉਂਦਾ ਜੀ। ਪੰਜਾਬ ਕੋਲ ਕੋਈ ਤਾਕਤ ਨਹੀਂ ਲੀਗਲੀ। ਲੀਗਲ ਤਾਕਤ ਉਦੋਂ ਹੀ ਬਣੇਗੀ ਜਦ ਸਬਜੈਕਟ ਉਹਦੇ 'ਚ ਪਾਇਆ ਜਾਵੇ ਪਹਿਲੇ ਗਰੁੱਪ 'ਚ। ਜਿੱਥੇ ਤੁਸੀਂ ਪਹਿਲੇ ਗਰੁੱਪ 4 ਲਿਖੇ ਨੇ ਉੱਥੇ ਬਾਕੀ ਭਾਸ਼ਾ ਵੀ ਲਿਖ ਦਿਓ। ਦੂਜੇ ਗਰੁੱਪ 'ਚ ਹਿੰਦੀ ਕੋਰ, ਅੰਗਰੇਜ਼ੀ ਕੋਰ ਦੂਜੇ ਗਰੁੱਪ 'ਚ ਵੀ ਲਿਖਿਆ। ਜੇ ਦੂਜੇ ਗਰੁੱਪ 'ਚ ਇਹ ਵੀ ਲਿਖੀਆਂ ਨੇ ਤਾਂ ਪਹਿਲੇ ਗਰੁੱਪ 'ਚ ਜਿਹੜੀਆਂ ਇੱਥੇ ਦੂਜੇ ਗਰੁੱਪ ਬਾਕੀ ਨੇ ਉਹ ਪਹਿਲੇ 'ਚ ਵੀ ਪਾ ਦਿਓ। ਜੇ ਪਹਿਲੇ ਗਰੁੱਪ 'ਚ ਜਿਹੜੀ ਉਹਨੇ ਲੈ ਲਈ ਉਹ ਦੂਜੇ ਗਰੁੱਪ 'ਚੋਂ ਨਹੀਂ ਲਏਗਾ, ਜੇ ਉਹਨੇ ਉੱਥੇ ਅੰਗਰੇਜ਼ੀ ਲੈ ਲਈ ਤਾਂ ਉਰੇ ਅੰਗਰੇਜ਼ੀ ਨਹੀਂ ਲਏਗਾ, ਹਿੰਦੀ ਲੈ ਲਈ ਹਿੰਦੀ ਨਹੀਂ ਲਏਗਾ, ਪੰਜਾਬੀ ਲੈ ਲਈ ਪੰਜਾਬੀ ਨਹੀਂ ਲਏਗਾ, ਤਾਮਿਲ ਲੈ ਲਈ ਤਾਮਿਲ ਨਹੀਂ ਲਏਗਾ। ਸੋ ਇਹ ਸ਼ਰਾਰਤ ਹੈ, ਇਹ ਅੱਜ ਦੀ ਨਹੀਂ ਹੈ। ਮੈਂ ਇਹੀ ਕਹਿ ਰਿਹਾ, ਮੈਂ ਸਟ੍ਰੈਸ ਕੀ ਕਰਨਾ ਕਿ ਸਾਡੇ ਜਿਹੜੇ ਸਿੱਖਿਆ ਮਹਿਕਮੇ ਦੇ ਅਧਿਕਾਰੀ ਨੇ, ਜਿਹੜੇ ਸਾਡੇ ਸਕੂਲਾਂ ਦੀਆਂ ਟੀਚਰ ਯੂਨੀਅਨਾਂ ਨੇ, ਜਿਹੜੇ ਸਾਡੇ ਸਕੂਲਾਂ ਦੇ ਟੀਚਰ ਨੇ, ਉਹ ਕੀ ਕਰਦੇ ਨੇ? ਕੇਂਦਰੀ ਵਿਦਿਆਲੇ ਤਾਂ ਸਰਕਾਰੀ ਨੇ ਨਾ, ਉਹ ਤਾਂ CBSE ਦੇ ਨਾਲ ਨੇ ਨਾ। ਕੇਂਦਰੀ ਵਿਦਿਆਲੇ ਕਿਉਂ ਨਹੀਂ ਬਣੇ? ਨਵੋਦਿਆ ਵਿਦਿਆਲੇ ਉਹ ਤਾਂ ਸਰਕਾਰੀ ਨੇ ਨਾ। ਸਰਵੋਦਿਆ ਵਿਦਿਆਲੇ ਉਹ ਤਾਂ ਸਰਕਾਰੀ ਨੇ ਨਾ, ਕਿਉਂ ਨਹੀਂ ਬੋਲਦੇ? ਉਹਨਾਂ ਕੰਟਰੋਲ ਕੌਣ ਕਰਦਾ ਹੈ? ਸੋ ਸਾਡੇ ਜਿਹੜੇ ਸਿੱਖਿਆ ਤੰਤਰ ਦੇ ਵਿੱਚ ਐਕੈਡੈਮਿਕਸ ਬਿਲਕੁਲ ਬੋਦਰ ਨਹੀਂ ਹੈਗੇ। ਵੈਸੇ ਤਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਆਪਦੀਆਂ ਕਿਤਾਬਾਂ ਬਹੁਤ ਗਲਤ ਨੇ, ਤੇ ਮੈਂ ਰੋਜ਼ ਕਹਿਣਾ ਗ੍ਰਾਮਰ ਹੀ ਗਲਤ ਹੈ ਇਹਨਾਂ ਦੀ ਪੰਜਾਬੀ ਦੀ। ਇਹ ਪੰਜਾਬੀ ਦਾ ਕੀ ਰੌਲਾ ਪਾਉਣਗੇ? ਇਹਨਾਂ 'ਚ ਆਪਦੀ ਗ੍ਰਾਮਰ ਗਲਤ ਹੈ ਪੰਜਾਬੀ ਦੀ, ਮਿਡਲ ਕਲਾਸ ਦੀ ਵੀ ਤੇ ਹਾਈ ਕਲਾਸਾਂ ਦੀ ਵੀ। ਜਿਹਨੂੰ ਆਪਦੀ ਗ੍ਰਾਮਰ ਗਲਤ ਲਿਖ ਰੱਖੀ ਹੈ ਤੇ ਉਹਨੇ ਦੂਜਿਆਂ ਨੂੰ ਪੰਜਾਬੀ ਦਾ ਕੀ ਕਹਿਣਾ? ਸੋ ਇਹ ਇੱਕ ਹੋਰ ਦੱਸ ਦਿੰਦਾ, ਆ ਪਿੱਛੇ ਆ ਇਤਿਹਾਸ ਦੀਆਂ ਕਿਤਾਬਾਂ ਪਈਆਂ ਨੇ 2, ਇਹ ਪਿੱਛੇ ਰੌਲਾ ਪੈ ਗਿਆ ਅਕਾਲੀਆਂ ਨੇ ਕਿਉਂਕਿ ਲਵਾਈਆਂ ਹੋਈਆਂ ਸੀ ਇਹ ਵੀ ਜੋ ਜੀ ਜਿਹੜੀ ਨਵੀਂ ਕਿਤਾਬ ਜਿਹੜੀ ਕੈਪਟਨ ਸਰਕਾਰ ਨੇ ਲਾਈ, ਹਾਲਾਂਕਿ ਕੈਪਟਨ ਸਰਕਾਰ ਨੇ ਜਿਹੜੀ ਲਵਾਈ ਸੀ ਉਹ RSS ਦੀ ਲਿਖੀ ਹੋਈ ਸੀ। ਉਹਦੇ ਸਾਰੇ ਸਾਡੇ ਦੇਸ਼ ਭਗਤਾਂ ਨੂੰ ਗਦਾਰ ਕਿਹਾ ਗਿਆ ਸੀ ਕਿਸਮ ਦਾ, ਵੀ ਇਹ ਤਾਂ ਡਾਕੂ ਨੇ, ਚੋਰ ਨੇ, ਲੁੱਟੇ ਨੇ, ਚਾਹੇ ਗਦਰੀ ਬਾਬੇ ਨੇ, ਚਾਹੇ ਅਕਾਲੀ ਨੇ, ਚਾਹੇ ਭਗਤ ਸਿੰਘ ਹੋਰੀ ਨੇ, ਚਾਹੇ ਸ਼ਹੀਦ ਊਧਮ ਸਿੰਘ ਨੇ। ਸ਼ਹੀਦ ਊਧਮ ਸਿੰਘ ਬਾਰੇ ਲਿਖਿਆ ਸੀ ਵੀ ਉਹ ਇੱਕ ਯਤੀਮ ਸੀ, ਉਹ ਨਜਾਇਜ਼ ਪੈਟਰੋਲ ਪਿਸਤੌਲ ਦੇ ਕੇਸ 'ਚ ਫਸ ਗਿਆ, 5 ਸਾਲ ਦੀ ਸਜ਼ਾ ਹੋ ਗਈ। ਸਜ਼ਾ ਕੱਟਣ ਤੋਂ ਬਾਅਦ ਉਹ ਚਲਿਆ ਗਿਆ ਇੰਗਲੈਂਡ, ਉੱਥੇ ਕੈਕਸਟਨ ਹਾਲ 'ਚ ਉਹਨੇ ਗੋਲੀ ਮਾਰਤੀ ਮਾਈਕਲ ਐਡਵਾਇਰ ਦੇ, ਉਹਨੂੰ ਫਾਂਸੀ ਹੋ ਗਈ। ਇਹ ਊਧਮ ਸਿੰਘ ਦੀ ਕਥਾ, ਇਹ ਪੜ੍ਹਾਉਣਾ ਊਧਮ ਸਿੰਘ ਨੂੰ ਵੀ ਉਹ ਤਾਂ ਕਾਤਲ ਸੀ, ਉਹ ਤਾਂ ਨਜਾਇਜ਼ ਪਿਸਤੌਲ ਰੱਖਦਾ ਸੀ। ਇਹ ਇਤਿਹਾਸ ਹੈ, ਇਹ ਇਤਿਹਾਸ ਪੜ੍ਹਾਇਆ ਜਾਂਦਾ ਸੀ। ਵੈਸੇ ਮਿਲੇ ਇੱਥੋਂ
ਕਰੋਟੀਆਂ ਕਰੋਟੀਆਂ ਹੁੰਦੇ ਇਹਨਾਂ ਦੇ ਚੇਅਰਮੈਨ। ਮੈਂ ਦੇਖ ਲਓ ਆ ਤੁਸੀਂ ਕੀ ਪੜ੍ਹਾ ਰਹੇ ਹੋ। ਫਿਰ ਇਹਨਾਂ ਨੇ ਇਤਿਹਾਸ ਦੇ ਕਿਤਾਬਾਂ ਦੀ ਕਿਤਾਬ ਬਣਾਤੀ ਇੱਕ ਕਮੇਟੀ, ਬੜੇ ਬੜੇ ਹਿੰਦੂ ਬਾਂਗਾ, ਡਾਕਟਰ ਗਰੇਵਾਲ, ਬੜੇ ਮਸ਼ਹੂਰ ਇਤਿਹਾਸਕਾਰ ਜਿਨ੍ਹਾਂ ਦੇ ਉੱਤੇ ਕੋਈ ਉਂਗਲ ਨਹੀਂ ਉਠਾ ਸਕਦਾ। ਉਹਨਾਂ ਨੇ ਤਾਂ ਅੰਗਰੇਜ਼ੀ 'ਚ ਹੀ ਲਿਖਣਾ ਸੀ ਕਿਉਂਕਿ ਸਾਡੀ ਹਾਇਰ ਐਜੂਕੇਸ਼ਨ ਹੈ ਹੀ ਅੰਗਰੇਜ਼ੀ 'ਚ ਬੇਸਿਕਲੀ। ਉਹਨਾਂ ਨੇ ਅੰਗਰੇਜ਼ੀ 'ਚ ਲਿਖਤਾ, ਇਹ ਪੰਜਾਬੀ ਕਰ ਰਹੇ ਸੀ। ਮੈਂ ਐਵੇਂ ਦੇਖ ਰਿਹਾ ਸੀ, ਐਵੇਂ ਮੈਨੂੰ ਇੱਕ ਪੇਜ 'ਤੇ ਨਜ਼ਰ ਪਈ। ਮੈਂ ਸਾਰੇ ਦੇਖੇ ਨਹੀਂ, ਚੈਪਟਰ ਪੜ੍ਹੇ ਨਹੀਂ, ਮੈਂ ਸਾਰੇ ਆਪ ਅੰਗਰੇਜ਼ੀ 'ਚ ਹੀ ਪੜ੍ਹਦਾ। ਮੈਂ ਪੰਜਾਬੀ 'ਚ ਮੈਂ ਉਦੋਂ ਪੜ੍ਹਦਾ। ਉਹ ਪਰਚੰਦ ਪੰਜਾਬੀ ਵਾਲਾ ਸਾਹਮਣੇ ਆ ਗਿਆ, ਇੱਕ ਪਹਿਰੇ 'ਚ ਟੋਟਲ ਗਲਤ ਲਿਖਿਆ ਹੋਇਆ। ਉੱਥੇ ਲਿਖਿਆ ਹੋਇਆ ਰਾਜਪੂਤ ਵਰ ਡੀਥਰੋਨਡ, ਇਹਦਾ ਮਤਲਬ ਉਹਨਾਂ ਨੂੰ ਤਖਤ ਤੋਂ ਖਦੇੜ ਦਿੱਤਾ ਗਿਆ। ਇਹਨਾਂ ਲਿਖਿਆ ਉਹਨਾਂ ਨੂੰ ਵਾਂਝੇ ਕਰ ਦਿੱਤਾ ਗਿਆ। ਵਾਂਝੇ ਕਰਨਾ ਤਾਂ ਹੁੰਦਾ, ਜਾਣ ਹੀ ਨਹੀਂ ਦਿੱਤਾ ਉੱਥੇ। ਫਿਰ ਉਹਨਾਂ ਲਿਖਿਆ ਨੇਚਰ ਆਫ ਦੀ ਸਟੇਟ ਚੇਂਜਡ। ਇਹਨਾਂ ਨੇ ਲਿਖਿਆ ਰਾਜ ਦੀ ਕੁਦਰਤ ਬਦਲ ਗਈ, ਰਾਜ ਦਾ ਖਾਸਾ ਬਦਲਿਆ। ਨੇਚਰ ਦਾ ਮਤਲਬ ਉਹਦਾ ਤੌਰ ਤਰੀਕਾ ਬਦਲ ਗਿਆ। ਤੇ ਇਹਨਾਂ ਨੇ ਲਿਖਿਆ ਰਾਜ ਦੀ ਕੁਦਰਤ ਬਦਲ ਗਈ। ਪੰਜਾਬੀ ਕਰਨ ਵਾਲਿਆਂ ਨੇ, PhD ਨੇ ਉਹ ਪੰਜਾਬੀ ਦੇ। ਫਿਰ ਥੱਲੇ ਲਿਖਿਆ, ਉਹਨਾਂ ਨੇ ਲਿਖਿਆ ਬ੍ਰਾਹਮਣ ਹੂ ਯੂਜ਼ ਟੂ ਸਰਵ ਦੀ ਰਿਚ ਰਾਜਪੂਤਸ ਨਾਓ ਹੈਡ ਟੂ ਸਰਵ ਦੀ ਪੂਅਰ ਐਂਡ ਦੀ ਮਿਡਲ ਰਾਜਪੂਤ ਆਲਸੋ, ਮਿਡਲ ਕਲਾਸ। ਉਹਨੇ ਲਿਖਿਆ ਬ੍ਰਾਹਮਣ ਜਿਹੜੇ ਪਹਿਲਾਂ ਅਮੀਰ ਰਾਜਪੂਤਾਂ ਦੀ ਨੌਕਰੀ ਕਰਦੇ ਸੀ, ਉਹ ਹੁਣ ਦਰਮਿਆਨੇ ਦਰਜੇ ਤੇ ਤਬਕੇ ਤੇ ਗਰੀਬ ਤਬਕੇ ਦੀ ਨੌਕਰੀ ਕਰਨ ਲੱਗ ਗਏ। ਇਹ ਨੌਕਰੀ ਹੈ। ਸਰਵ ਦਾ ਮਤਲਬ ਉਹਨਾਂ ਦਾ ਕੰਮ ਕਾਜ ਕਰਦੇ ਸੀ, ਪੂਜਾ ਪਾਠ ਜਿਹਨੂੰ ਆਪਾਂ ਕਹਿੰਦੇ। ਸਰਵ ਨੂੰ ਨੌਕਰੀ ਬਣਾਤਾ। ਇਹ ਅਸੀਂ ਮਿਲੇ ਚੇਅਰਮੈਨ ਨੂੰ, ਮੈਂ ਕਿਹਾ ਦੱਸੋ ਕੀ ਆ। ਬਸ ਜਿਸ ਸਕੂਲ ਐਜੂਕੇਸ਼ਨ ਆ ਗ੍ਰਾਮਰ ਪਈ ਆ, 8ਵੀਂ ਮਿਡਲ ਕਲਾਸ ਦੀ ਗ੍ਰਾਮਰ ਗਲਤ, ਪੰਜਾਬੀ ਦੀ ਹਾਈ ਕਲਾਸ ਦੀ ਗ੍ਰਾਮਰ ਗਲਤ, ਉਹਨਾਂ ਨੇ ਪੰਜਾਬੀ ਦਾ ਕੀ ਕਰਨਾ। ਇਹ ਜਿਹੇ ਹਾਲਾਤ ਜਿਨ੍ਹਾਂ ਦੇ ਆਪਦੇ ਸਕੂਲ ਐਜੂਕੇਸ਼ਨ ਬੋਰਡ 'ਚ ਪੁੱਛੋ ਕਿੰਨੇ ਮਿਨਿਸਟਰ ਰਹੇ ਨੇ ਐਜੂਕੇਸ਼ਨ ਦੇ, ਉਹਨੂੰ ਪੁੱਛੋ ਨਾ ਜਾ ਕੇ ਵੀ ਦੱਸੋ ਕੀ ਕਰਦੇ ਹੋ ਤੁਸੀਂ, ਤੁਹਾਡਾ ਬੋਰਡ ਕੀ ਕਰਦਾ, ਤੁਹਾਡੇ ਐਕਸਪਰਟ ਕੀ ਕਰਦੇ ਨੇ। ਹਰੇਕ ਕਿਤਾਬ ਦਾ ਭੱਠਾ ਬਿਠਾਇਆ ਹੋਇਆ ਇਹਨਾਂ ਨੇ। ਇਹ ਗੱਲਾਂ ਚੌੜੀਆਂ ਕਰਦੇ ਨੇ ਵੀ ਅਸੀਂ ਆਹ ਕਰਤਾ ਜੀ, ਫਲਾਣਾ ਕਰਤਾ। ਜਿਹੀ ਜੋ ਪੰਜਾਬੀ ਪੜ੍ਹਨਗੇ, ਉਹ ਵਿਆਕਰਨ ਪੜ੍ਹਨਗੇ, ਉਹਨਾਂ ਤੋਂ ਮੁੜ ਕੇ ਫਿਰ ਗਲਤੀ ਲਿਖ ਲੈਣਾ। ਜੇ ਉਹ ਬਾਬੂ ਬਣ ਗਿਆ ਤਾਂ ਵੀ ਗਲਤ ਲਿਖੂ, ਜੇ ਜੱਜ ਬਣ ਗਿਆ ਤਾਂ ਫੈਸਲੇ ਗਲਤ ਲਿਖੂ, ਜੇ ਪੰਜਾਬੀ 'ਚ ਹੋ ਗਈ ਕੱਲ੍ਹ ਨੂੰ ਪੜ੍ਹਾਈ। ਜੇ ਡਾਕਟਰ ਬਣ ਗਿਆ ਤਾਂ ਉੱਥੇ ਵੀ ਗਲਤ ਕਰੂਗਾ। ਪੰਜਾਬੀ ਤਾਂ ਉਹਨੂੰ ਆਉਂਦੀ ਨਹੀਂ, ਉਹਨੂੰ ਤਾਂ ਗਲਤ ਪੜ੍ਹਾਇਆ ਗਿਆ ਤੇ ਉਹ ਗਲਤੀ ਲਿਖੇਗਾ। ਫਿਰ ਕਿਤੇ ਬੋਰਡ ਲਿਖਣਾ ਸੜਕ ਤੇ ਉਹ ਵੀ ਗਲਤ ਲਿਖੇਗਾ, ਪੇਂਟਰ ਬਣ ਗਿਆ ਤਾਂ ਵੀ ਗਲਤ ਕਰੇਗਾ। ਡਾਕਟਰ ਸਾਹਿਬ ਜਿਹੜਾ ਹੁਣ ਫੈਸਲਾ ਆਇਆ ਹੈ, ਇਹਦੇ ਉੱਤੇ ਹੁਣ ਸਰਕਾਰ ਨੂੰ ਕੀ ਕਰਨਾ ਚਾਹੀਦਾ? ਮੈਂ ਇਸੇ ਤੇ ਆ ਰਿਹਾ। ਸਰਕਾਰ ਦਿਖਾਵੇ ਦਾ ਰੌਲਾ ਪਾ ਰਹੀ ਹੈ। ਮੈਂ ਇਹ ਕਹਿਣਾ ਸਰਕਾਰ ਆਪਦੀ ਪੰਜਾਬੀ ਤਾਂ ਠੀਕ ਨਹੀਂ ਕਰਦੀ, ਦੂਜਿਆਂ ਨੂੰ ਕਹਿੰਦੇ ਤੁਸੀਂ ਪੰਜਾਬੀ ਕਿਉਂ ਨਹੀਂ, ਪਹਿਲਾਂ ਆਪਦੀ ਕਿਉਂ ਨਹੀਂ ਠੀਕ ਕਰਦੇ। ਇੱਕ ਗੱਲ ਇਹ ਹੈ। ਫਿਰ ਜੇ ਉਹਨੂੰ ਠੀਕ ਕਰਨ ਵੀ ਕਹਿਣਾ, ਉਹ ਮੇਜਰ ਮਾਈਨਰ ਦਾ ਰੌਲਾ ਪਾਇਆ। ਮੇਜਰ ਮਾਈਨਰ CBSE ਕਹਿੰਦਾ ਵੀ ਅਸੀਂ ਇਹਨੂੰ ਮੇਜਰ ਮਾਈਨਰ ਐਂ ਕਰਕੇ ਨਹੀਂ ਰੱਖਿਆ, ਅਸੀਂ ਤਾਂ ਇਸ ਕਰਕੇ ਰੱਖਿਆ ਵੀ ਇਹ ਪੇਪਰ ਲੈਣੇ ਸਾਨੂੰ ਔਖੇ ਸੀ, ਇਸ ਦਾ ਪੇਪਰਾਂ ਦੀ ਸਹੂਲਤ ਵਾਸਤੇ ਮੇਜਰ ਮਾਈਨਰ ਕਿਹਾ। ਜੇ ਪੇਪਰਾਂ ਦੀ ਸਹੂਲਤ ਵਾਸਤੇ ਕਿਹਾ ਹੁੰਦਾ ਮੈਨੂੰ ਕੋਈ ਇਤਰਾਜ਼ ਨਹੀਂ। CBSE ਗਲਤ ਬਿਆਨੀ ਕਰ ਰਿਹਾ। ਇਹ ਉਹਨੂੰ ਸੈਂਟੀਮੈਂਟ ਬਣਾਵੇ, ਨਹੀਂ ਜੀ ਸਾਨੂੰ ਮੇਜਰ ਕਹੋ, ਮੰਨ ਲਓ ਮੇਜਰ ਕਹਿ ਦਿੰਦੇ ਨੇ, ਫਿਰ ਪੰਜਾਬੀ ਜ਼ਰੂਰੀ ਹੋ ਜੂ। ਮੇਰਾ ਸਵਾਲ ਇਹ ਹੈ, ਜੇ ਪ੍ਰਗਟ ਸਿੰਘ ਜੀ ਦੀ ਗੱਲ ਮੰਨ ਲਓ, ਚੰਨੀ ਸਾਹਿਬ ਦੀ ਗੱਲ ਮੰਨ ਲੈਣ, CBSE ਕਹੇ ਕੋਈ ਨਹੀਂ ਜੀ ਅਸੀਂ ਇਹਨੂੰ ਮੇਜਰ ਕਹਤਾ, ਫਿਰ ਮੇਜਰ ਬਣ ਜੂ। ਇਹ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਮੈਂ ਤੁਹਾਨੂੰ। ਸਾਡਾ ਤਾਂ ਅਨਪੜ੍ਹਾਂ ਵਾਲਾ ਹਾਲ ਹੋਇਆ ਪਿਆ। ਇੱਕ ਬਰੂਨੋ ਸਾਇੰਟਿਸਟ ਸੀ, ਵਿਗਿਆਨੀ, ਉਹਨੇ ਕਿਹਾ ਧਰਤੀ ਘੁੰਮਦੀ ਹੈ। ਉਹਨੂੰ ਖਲੀਫੇ ਨੇ ਚੱਕ ਕੇ ਅੰਦਰ ਕਰਤਾ ਵੀ ਤੂੰ ਤਾਂ ਸ਼ਰ੍ਹਾ ਦੇ ਖਿਲਾਫ ਬੋਲਦਾ। ਅੱਜ ਮੈਂ ਹੁਣ ਵੀ ਜੇ ਕੋਈ ਮਾੜੀ ਜਿਹੀ ਗੱਲ ਕਰੇ ਕਹਿੰਦੇ ਦਾ ਸਿਰ ਲਾ ਦੋ। ਆ ਹੋਇਆ ਹੀ ਹੈ ਵੀ ਬੀੜੀ ਪੀਂਦਾ ਸੀ ਜੀ ਉੱਥੇ ਸੜਕ ਤੇ, ਉਹ ਸੜਕ ਤੇ ਬੀੜੀ ਪੀਂਦਾ ਸੀ, ਉਹਦਾ ਤੁਸੀਂ ਉਹਨੂੰ ਉਹਦੀਆਂ ਲੱਤਾਂ ਤੋੜ ਦਿਓ। ਤੇ ਦੂਜਾ ਤੁਸੀਂ ਕਹਿੰਦੇ ਬੇਅਦਬੀ ਕਰਦਾ ਸੀ। ਸੋ ਜੇ ਇਹੀ ਹਿੰਦੂ ਇਹ ਗਊ ਦਾ ਮਾਸ ਲੈ ਕੇ ਜਾ ਰਿਹਾ ਜੀ, ਮਾਰ ਦਿਓ ਉਸ ਨੂੰ, ਇਹਦੇ ਫਰਿੱਜ ਗਊ ਦਾ ਮਾਸ ਹੈ ਜੀ, ਇਹਨੂੰ ਮਾਰ ਦਿਓ ਜੀ। ਇਹ ਕਿੱਥੋਂ ਦਾ ਇਨਸਾਫ ਹੈ। ਹੁਣ ਇਹ ਕੀ ਕਰਿਆ, ਉਹਦੇ 'ਚ ਉਹਨੇ ਜਦ ਕਿਹਾ ਖਲੀਫੇ ਨੇ ਤੇ ਉਹਨੂੰ ਸਜ਼ਾ ਦਿੱਤੀ। ਕੋਈ ਤੁਹਾਡੇ ਵਰਗੇ ਬੰਦੇ ਗਏ ਵੀ ਕਾਹਨੂੰ ਮਰਦਾ ਤੂੰ, ਇਹ ਮੂਰਖ ਬੰਦੇ ਨੇ, ਇਹਨਾਂ ਨੇ ਤੁਹਾਡਾ ਐਂ ਕਰਨ, ਤੂੰ ਕਹਿ ਦੇ ਵੀ ਨਹੀਂ ਘੁੰਮਦੀ। ਉਹਨੂੰ ਮਜ਼ਾਕ ਮਨੂ ਕੇ ਲੈ ਗਏ ਖਲੀਫੇ ਦੇ ਅੱਗੇ। ਖਲੀਫਾ ਕਹਿੰਦਾ ਚੰਗਾ ਲਿਆਓ। ਖਲੀਫੇ ਨੇ ਜੇ ਪੁੱਛਿਆ ਹਾਂ ਵੀ ਦੱਸ, ਕਹਿੰਦਾ ਜੇ ਮੈਂ ਇਹ ਕਹਿ ਵੀ ਦੇਵਾਂ ਵੀ ਇਹ ਨਹੀਂ ਘੁੰਮਦੀ ਫਿਰ ਘੁੰਮਣੋਂ ਹਟ ਜੂਗੀ। ਕਹਿੰਦੇ ਇਹਨੂੰ ਸਾੜ ਜਿੰਦੇ ਨੂੰ ਇਹ ਨਹੀਂ ਹਟਦਾ। ਸੋ ਕਹਿਣ ਦਾ ਮੇਰਾ ਮਤਲਬ ਹੈ ਵੀ ਜੇ ਇਹਨੂੰ ਮੇਜਰ ਕਹਿ ਵੀ ਦੇਣ ਫਿਰ ਪੰਜਾਬੀ ਪੜ੍ਹਾਉਣ ਲੱਗ ਜੂਗੀ, ਨਹੀਂ ਲੱਗਦੀ। ਪੰਜਾਬੀ ਕੱਢ ਦਿੱਤੀ ਗਈ ਹੈ, ਖੇਤਰੀ ਭਾਸ਼ਾ ਕੱਢ ਦਿੱਤੀਆਂ ਗਈਆਂ ਨੇ, ਉਹ ਕਿਸੇ ਨੂੰ ਨਹੀਂ ਪਤਾ। ਆਹ ਹੈ ਵੱਡਾ ਸਵਾਲ ਕਿ ਤੁਸੀਂ ਸਬਜੈਕਟ 1 ਉਹਦੇ 'ਚ ਹਿੰਦੀ ਤੇ ਅੰਗਰੇਜ਼ੀ ਪਾਤੀ 4 ਪਾਰਟ ਬਣਾ ਕੇ, ਸਬਜੈਕਟ 2 ਉਹ 'ਚ ਅਦਰ ਲੈਂਗੁਏਜ ਦੇ ਨਾਲ ਗਰੁੱਪ A ਔਰ ਪਾ ਕੇ ਗਰੁੱਪ A ਸਬਜੈਕਟ ਲਿਖਤੇ। ਮੈਂ ਕਹਿੰਦਾ ਮੈਂ ਤਾਂ ਜੀ ਗਰੁੱਪ A ਦਾ ਸਬਜੈਕਟ ਲਵਾਂ, ਮੈਂ ਤਾਂ ਨਹੀਂ ਲੈਂਗੁਏਜ ਗਈ ਨਾ ਪੰਜਾਬੀ, ਜ਼ਰੂਰੀ ਨਹੀਂ ਕਿਉਂਕਿ। ਸੋ ਉਹਨੂੰ ਮੇਜਰ ਮਾਈਨਰ ਦਾ ਕੁਐਸਚਨ ਨਹੀਂ ਹੈ, ਉਹਨੂੰ ਕੰਪਲਸਰੀ ਵਿਸ਼ਾ ਬਣਾਉਣ ਦਾ ਕੁਐਸਚਨ ਹੈ। ਉਹਨੂੰ ਮੇਜਰ ਕਹੋ ਮਾਈਨਰ ਕਹੋ ਕੋਈ ਫਰਕ ਨਹੀਂ ਪੈਂਦਾ। ਇਹ ਨਾਮ ਦੇ ਪਿੱਛੇ ਜਾਂਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ। ਜਿਨ੍ਹਾਂ ਨੇ ਰੌਲਾ ਦੇਖੋ ਜੀ ਮਾਈਨਰ ਕਹਿਤਾ, ਮਾਈਨਰ ਕਹਿਤਾ,
ਉਹ ਕਹਿੰਦੇ ਜੀ ਅਸੀਂ ਤਾਂ ਸਹੂਲਤ ਵਾਸਤੇ ਕਹਿ ਵੀ ਐਗਜ਼ਾਮ ਲੈਣੇ ਸੌਖੇ ਨੇ। ਅੱਜ ਮੈਂ ਐਡੀਟੋਰੀਅਲ ਪੜ੍ਹਿਆ, ਇਹ ਤੇ ਖਬਰਾਂ ਪੜ੍ਹੀਆਂ, ਇਹ ਤੇ ਐਨਾਲਿਸਿਸ ਪੜ੍ਹੀ, ਇਹ ਤੇ ਕੇਂਦਰ ਦਾ ਜਵਾਬ ਪੜ੍ਹਿਆ CBSE ਦਾ। CBSE ਨੂੰ ਫਿਰ ਝੂਠ ਬੋਲਦਾ, ਗਲਤ ਬਿਆਨੀ ਕਰਤੀ ਵੀ ਤਾਂ ਜੀ ਇਹ ਐਗਜ਼ਾਮ ਵਾਸਤੇ ਕਰਿਆ। ਉਹਨਾਂ ਨੂੰ ਪੁੱਛੋ ਜਿਹੜਾ ਤੁਸੀਂ ਇਹਨੂੰ ਕੱਢਤਾ ਸਬਜੈਕਟ ਚੋਂ, ਉਹ ਦੱਸੋ ਕੀ ਕਰੋਗੇ। 10ਵੀਂ ਦੇ ਵਿੱਚ ਤੁਹਾਨੂੰ ਮੈਂ ਜਿਵੇਂ ਪਹਿਲਾਂ ਦੱਸਿਆ 5 ਸਬਜੈਕਟ ਪਾਤੇ, 6ਵਾਂ ਐਡੀਸ਼ਨਲ ਦੇ ਵਿੱਚ ਵੀ ਇਹ ਕਹਤਾ ਵੀ IT ਲਓ, ਕਿੱਥੇ ਰਹਿ ਗਈ ਲੈਂਗੁਏਜ। ਪੜੇ ਨਾ ਪੜੇ, ਲਵੇ ਨਾ ਲਵੇ, ਉਹ ਬੱਚੇ ਨੂੰ ਕੋਈ ਨੁਕਸਾਨ ਨਹੀਂ ਹੈ ਉਸ ਚੀਜ਼ ਦਾ। ਉਹਦੀ 10ਵੀਂ ਦੇ ਵਿੱਚ ਚਾਹੇ ਸਕੂਲ ਨਾ ਹੀ ਪੜਾਵੇ, ਉਹ ਕਹੇ ਜੀ ਸਾਡੇ ਕੋਲ ਤਾਂ ਸਹੂਲਤ ਨਹੀਂ, ਅਸੀਂ ਨਹੀਂ ਆਹ ਗਰੁੱਪ ਇਹਦਾ ਲੈ ਲਓ, ਤੂੰ ਜੇ ਲੈਣਾ। ਸਮਝੋ ਪੁੱਛ ਘੱਟ ਹੋ ਜੂ ਕਾਲਜਾਂ 'ਚ, ਪੁੱਛ ਘੱਟ ਹੋ ਜੂ ਉਸ ਤਰ੍ਹਾਂ ਦਾ, ਫਿਰ ਪ੍ਰੋਫੈਸਰ ਵੀ ਘੱਟ ਪੜਨਗੇ ਜਾਂ ਪੜਨ ਦੀ ਲੋੜ ਹੀ ਨਹੀਂ। ਉਹ ਜਿਹੜਾ ਪ੍ਰਾਈਵੇਟ ਸਕੂਲ ਆ ਉਹ ਕਹਿੰਦਾ ਆਪਾਂ ਪੰਜਾਬੀ ਪੜ੍ਹਾ ਕੇ ਲੈਣਾ ਕੀ ਆ। ਆ ਜਿਹੜੇ RSS ਦੇ ਸਕੂਲ ਨੇ ਸਾਰੇ ਹਿੰਦੀ ਬੋਲਦੇ ਨੇ। 100 ਸਕੂਲ ਹੈ ਇੱਧਰ ਮਾਨਸਾ ਜ਼ਿਲ੍ਹੇ 'ਚ, ਮਾਨਸਾ ਜ਼ਿਲ੍ਹਾ, ਬਠਿੰਡਾ, ਮਾਲਵੇ ਦੇ ਵਿੱਚ 100 ਸਕੂਲ ਹੈ। ਸਰਸਵਤੀ ਵਿਦਿਆ ਮੰਦਿਰ ਉਹਦਾ ਨਾਂ ਹੈ। ਮੈਂ ਉਹਨਾਂ 'ਚੋਂ ਇੱਕ ਸਕੂਲ ਜਾ ਕੇ ਵੀ ਆਇਆ, ਉੱਥੇ ਕਹਿੰਦੇ ਪ੍ਰਧਾਨਚਾਰੀਆ, ਹਾਂਜੀ ਆਚਾਰੀਆ ਮਾਸਟਰ ਨੂੰ ਇਹ ਕਹਿੰਦੇ ਨੇ ਉਹ। ਸੋ ਉਹ ਹਿੰਦੀ ਪੜ੍ਹਾਉਣਗੇ, ਉਹ ਪੰਜਾਬੀ ਪੜ੍ਹਾਉਣਗੇ ਨਹੀਂ, ਤੇ ਨਾ ਇਹ ਕੰਪਲਸਰੀ ਕਰ ਸਕਣ। ਉਹ ਕਹਿੰਦੇ ਚੰਗਾ ਅਸੀਂ ਤੁਹਾਡੇ ਬੋਰਡ ਨਾਲ ਲੱਗਦੇ ਨਹੀਂ, ਅਸੀਂ ਤਾਂ CBSE ਨਾਲ ਕਰ ਦਾਂਗੇ, ਸਾਡੀ ਸਰਕਾਰ ਹੈ, ਅਸੀਂ ਕਹਾਂਗੇ CBSE ਨੂੰ ਐਫੀਲੀਏਟ ਕਰ ਦੇ। ਫਿਰ ਕੀ ਕਰਨਗੇ। ਸੋ ਰੌਲਾ ਇਸ ਗੱਲ ਦਾ ਹੈ ਕਿ ਪੰਜਾਬੀ ਨੂੰ ਇਲੈਕਟਿਵ ਵਿਸ਼ੇ 'ਚ ਪਾਇਆ ਜਾਵੇ, ਕੰਪਲਸਰੀ ਵਿਸ਼ੇ 'ਚ। ਜਿਹੜੇ ਜ਼ਰੂਰੀ ਵਿਸ਼ੇ ਨੇ ਉਹਨਾਂ 'ਚ ਇਹ ਰੀਜਨਲ ਭਾਸ਼ਾ ਪਾਈਆਂ ਜਾਣ। CBSE ਨੂੰ ਕੱਢਤੀਆਂ, ਉਹਨੂੰ ਮੇਜਰ ਕਹਿਣ ਮਾਈਨਰ ਕਹਿਣ। ਹੁਣ ਇਹਨਾਂ ਦਾ ਝਗੜਾ ਕਿੱਥੇ ਹੈ। ਇਹਨਾਂ ਦਾ ਝਗੜਾ ਕਹਿੰਦੇ ਵੀ ਤੁਹਾਨੂੰ ਸ਼ੁਭ ਕਰਮਨ ਦੀ ਬਜਾਏ ਨਾਮ ਹੋਰ ਦੇਤਾ। ਜੇ ਤੁਹਾਨੂੰ ਉਹ ਕਹਿੰਦੇ ਤੁਹਾਨੂੰ ਬੰਦਾ ਹੀ ਨਹੀਂ ਮੰਨਦੇ, ਫਿਰ ਨਾਮ ਜਿਹੜਾ ਮਰਜ਼ੀ ਰੱਖਤਾ। ਸਵਾਲ ਆ ਹੈ। ਸੋ ਸਵਾਲ ਸਾਡੇ ਸਾਹਮਣੇ ਇਹ ਹੈ ਕਿ ਪੰਜਾਬੀ ਜਾਂ ਬਾਕੀ ਖੇਤਰੀ ਭਾਸ਼ਾਵਾਂ ਨੇ ਜਿਹੜੀਆਂ ਉਹ ਕੱਢਤੀਆਂ, ਉਹ ਜ਼ਰੂਰੀ ਰਹੀਆਂ ਹੀ ਨਹੀਂ, ਜਦ ਕਿ ਉਹ ਜ਼ਰੂਰੀ ਵਿਸ਼ਾ ਆਪਦੇ ਸਟੇਟ 'ਚ ਹੋਣਾ ਚਾਹੀਦਾ, ਜਿਹੜੀ ਸਟੇਟ ਦਾ ਘੱਟੋ ਘੱਟ। ਪਰ ਜੋ ਮੌਜੂਦਾ ਸਰਕਾਰ ਦੇ ਹਾਲਾਤ ਨੇ ਆਪਣੇ ਕਾਲੇ ਮਾਲੇ 'ਚ, ਉਹ ਤਾਂ ਉਲਝ ਰਹੇ ਨੇ, ਆਪਣੀ ਖਾਨਾ ਜੰਗੀਆਂ 'ਚ ਉਲਝੇ ਹੋਏ ਨੇ। ਤੁਹਾਨੂੰ ਲੱਗਦਾ ਵੀ ਇਸ ਦਾ ਕੋਈ ਹੱਲ ਨਿਕਲਿਆ ਆਊਗਾ ਜਾਂ ਇਹ ਸਿਰੇ ਲੱਗ ਜੂਗੀ ਗੱਲ? ਨਹੀਂ, ਇਹ ਕਦੀ ਸਰਕਾਰ ਦੀ ਤਾਂ ਕੋਈ ਉਹ ਨਹੀਂ, ਸਰਕਾਰ ਤਾਂ ਕਹੀ ਜਾਊਗੀ। ਸਰਕਾਰ ਨੇ ਤਾਂ ਹੁਣੀ ਜਿਹੜੇ ਬਿਆਨਬਾਜ਼ੀ ਕਰੀ, ਉਹ ਕਿਹੜਾ ਕੋਈ ਬਹੁਤਾ ਇਹਨਾਂ ਦੇ ਮਹਾਰਾਂ ਨੇ ਕਿਉਂ ਨਹੀਂ ਪੁੱਛਦੇ ਆਪਦੇ ਮਹਾਰਾਂ ਨੂੰ ਬੁਲਾ ਕੇ ਵੀ ਤੁਸੀਂ ਸਟੱਡੀ ਵੀ ਨਹੀਂ ਕਰੇ ਯਾਰ। CBSE ਨੇ ਲਿਖਤਾ ਵੀ ਇਸ ਦਾ ਡਿਵੀਜ਼ਨ ਕਰੀ ਹੈ। ਹੁਣ ਫਿਰ ਜਵਾਬ ਕਿਉਂ ਨਹੀਂ ਦਿੱਤਾ CM ਨੇ? ਨਾਲ ਦੀ ਨਾਲ ਯਾਰ ਜਾਣਾ ਚਾਹੀਦਾ ਜਵਾਬ। ਇਹਨਾਂ ਦਾ ਮੀਡੀਆ, ਉਹਨਾਂ ਦਾ ਜਿਹੜਾ ਮੀਡੀਆ ਉਹ ਹੋਊਗਾ ਕੰਸਲਟੈਂਟ, ਉਹ ਕੀ ਕਰਦਾ? ਨਾਲ ਦੀ ਨਾਲ ਹੋਣਾ ਚਾਹੀਦਾ ਵੀ CBSE ਗਲਤ ਬੋਲਦਾ, ਗਲਤ ਬਿਆਨੀ ਹੈ। ਕਿਉਂ ਨਹੀਂ ਆਇਆ? ਕਿਉਂਕਿ ਸਟੱਡੀ ਨਹੀਂ ਕਰੀ ਕਿਸੇ ਨੇ। ਇਹਨਾਂ ਦੇ ਐਕਸਪਰਟ ਦੱਸਦੇ ਨਹੀਂ ਹੈਗੇ। ਇਹ ਕੰਮ ਸ਼ੁਭਕਰਮਨ ਜੀ CM ਦਾ ਨਹੀਂ ਹੁੰਦਾ ਵੀ ਉਹ ਜਾਣੇ, ਜਾਂ ਮਿਨਿਸਟਰ ਦਾ। ਜਿਹੜਾ ਮਹਿਕਮਾ ਉਹ ਦੱਸਦਾ ਕਿ ਜੀ ਆਹ ਗੱਲ ਦਾ ਐਂ ਹੈ। ਮਿਨਿਸਟਰ ਨੇ ਤਾਂ ਬਿਆਨ ਦੇਣਾ ਉਹ ਤੇ, ਪਰ ਦੱਸਣ ਤਾਂ ਮਹਿਕਮੇ ਨੇ ਆ। ਸੋ ਸਕੂਲ ਐਜੂਕੇਸ਼ਨ ਤੇ ਹਾਇਰ ਐਜੂਕੇਸ਼ਨ ਦਾ ਮਹਿਕਮਾ ਕੀ ਕਰਦਾ? ਮੇਰੇ ਤਾਂ ਸਵਾਲ ਇਹਨਾਂ ਤੇ ਆ। ਬੋਰਡ ਕੀ ਕਰਦਾ? ਯੂਨੀਵਰਸਿਟੀਆਂ ਕੀ ਕਰਦੀਆਂ ਨੇ? ਫਿਰ ਉਹਨਾਂ ਨੂੰ ਤਨਖਾਹ ਕਾਹਦੀ ਦਿੱਤੀ ਜਾਂਦੀ? ਉਹ ਜਾਣ ਕੇ ਨਹੀਂ ਦੱਸਦੇ। ਮੈਂ ਇਹ ਕਹਿੰਦਾ ਉਹ ਜਾਣ ਕੇ ਨਹੀਂ ਦੱਸਦੇ, ਮਿਹਨਤ ਵੀ ਨਹੀਂ ਕਰਦੇ। ਉਹ ਕਹਿੰਦਾ ਆਪਾਂ ਨੂੰ ਕੀ ਫਰਕ ਪੈਂਦਾ, ਆਪਾਂ ਨੂੰ ਤਨਖਾਹ ਮਿਲਦੀ, ਆਪਾਂ ਨੇ ਲੈਣਾ ਕੀ ਹੈ, ਜੋ ਮਰਜ਼ੀ ਹੋਈ ਜਾਵੇ। ਇਸ਼ੂ ਆ ਹੈ, ਬੇਇੱਜ਼ਤੀ ਹੋਊਗੀ ਤਾਂ CM ਦੀ ਹੋਊਗੀ ਨਾ। CBSE ਨੇ ਹੁਣ ਜਵਾਬ ਦਿੱਤਾ, CM ਨੂੰ ਉਹਦਾ ਜਵਾਬ ਨਾ ਆਉੜੇ, ਫਿਰ ਆਪੀ ਕੱਚਾ ਹੋ ਗਿਆ ਨਾ CM। ਪ੍ਰਗਟ ਸਿੰਘ ਵੀ ਕੱਚਾ ਹੋ ਗਏ। ਸੋ ਉਹਨੂੰ ਕੱਚੇ ਕਰਨ ਦਾ ਜ਼ਿੰਮੇਵਾਰ ਕੌਣ ਹੈ? ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇਵਾਂਗਾ। ਅਸੀਂ ਕੈਂਸਰ ਦਾ ਸਰਵੇ ਕਰਨ ਲੱਗੇ, 2-3 ਵਾਰੀ ਤਾਂ PGI ਵਾਲੇ ਆਏ ਨਹੀਂ ਸੀ, ਸਾਰੇ ਡਾਕਟਰ ਐਕਸਪਰਟ ਬੁਲਾਉਂਦੇ ਸੀ ਮੀਟਿੰਗਾਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ। ਇੱਕ ਦਿਨ PGI ਦਾ ਇੱਕ ਆ ਗਿਆ ਡਾਕਟਰ, ਉਹ ਕਹਿੰਦਾ ਜੀ ਮੈਂ WHO ਦਾ ਕੰਸਲਟੈਂਟ ਫਲਾਣਾ। ਕਹਿਣ ਲੱਗਿਆ ਵੀ ਤੁਸੀਂ ਤਾਂ ਇਹ CM ਦੇ ਕਹੇ ਤੋਂ ਸਿਆਸੀ ਜਿਹਾ ਪ੍ਰੋਗਰਾਮ ਕਰ ਰਹੇ ਹੋ। ਮੈਂ ਕਿਹਾ ਵੀ ਸਿਆਸੀ ਕੋਈ ਨਹੀਂ ਹੈ, ਅਸੀਂ ਤਾਂ ਬਲਕਿ CM ਨੂੰ ਆਪ ਮਨਾਇਆ ਹੈ ਵੀ ਕੈਂਸਰ ਦਾ ਸਰਵੇ ਕਰ ਲਈਏ, ਰੌਲਾ ਬਹੁਤ ਪੈਂਦਾ। ਉਹ ਤਾਂ ਤਿਆਰ ਨਹੀਂ ਸੀਗੇ ਮੰਨੋ ਤਾਂ, ਪਰ ਸਾਡੇ ਤੇ ਉਹ ਵਿਸ਼ਵਾਸ ਕਰਦੇ ਸੀ, ਇਸ ਕਰਕੇ ਮੰਨ ਗਏ। ਸਾਡੇ ਇੱਕ ਪ੍ਰਿੰਸੀਪਲ ਸੀਗੀ ਇਹ ਸਟੇਟ ਟ੍ਰੇਨਿੰਗ ਕਾਲਜ ਦੀ, ਉਹ ਬੜੀ ਤਿੱਖੀ ਸੀ। ਉਹ ਮੈਨੂੰ ਕਹਿੰਦੀ ਸਰ, ਕਹਿੰਦੀ ਮੈਂ ਵੀ ਇੱਕ ਜਵਾਬ ਦੇਣਾ। ਮੈਂ ਕਿਹਾ ਦੱਸੋ। ਉਹਨਾਂ ਵੱਲ ਹੱਥ ਕਰਕੇ ਕਹਿੰਦੀ ਡਾਕਟਰ ਸਾਹਿਬ ਕੱਲ੍ਹ ਨੂੰ ਅਸੈਂਬਲੀ 'ਚ ਸਵਾਲ ਹੋ ਜਾਂਦਾ ਹੈ ਕੈਂਸਰ ਦੇ ਉੱਤੇ, ਉਹਦਾ ਜਵਾਬ CM ਸਾਹਿਬ ਨੇ ਦੇਣਾ ਹੋਵੇ ਤੇ ਉਹ ਸਾਨੂੰ ਹੀ ਪੁੱਛੂਗਾ ਨਾ। ਜੇ ਸਾਡੇ ਕੋਲ ਹੀ ਕੁਝ ਨਹੀਂ, ਅਸੀਂ ਕੀ ਜਵਾਬ ਦੇਵਾਂਗੇ? ਇਸ ਕਰਕੇ ਜ਼ਰੂਰੀ ਹੈ ਸਰਵੇ ਕਰਨਾ, ਤਾਂ ਕਿ ਸਾਡੇ ਕੋਲ ਡਾਟਾ ਹੋਵੇ, ਜਿੱਦੇ ਸਾਨੂੰ ਸਿਆਸਤਦਾਨ ਪੁੱਛੇ ਅਸੀਂ ਦੱਸ ਸਕੀਏ ਕਿੱਡਾ ਜਵਾਬ ਹੈ। ਇਹ ਡਾਟਾ ਕਿਹਨੇ ਦੇਣਾ? ਐਕਸਪਰਟ ਨੇ, ਉਹਨੂੰ ਤਨਖਾਹ ਮਿਲਦੀ ਹੈ। ਇਹਨਾਂ ਦੇ ਐਜੂਕੇਸ਼ਨ ਦੇ ਐਕਸਪਰਟ ਕੀ ਕਰਦੇ ਨੇ? ਵੱਡਾ ਸਵਾਲ ਇਹ ਹੈ। ਸੋ ਅੱਜ ਮੁਕਤੀਗੜ੍ਹ ਜੇ ਆਪਾਂ ਕਰੀਏ, ਅੱਜ CBSE ਨੇ ਕਦੀ ਡੇਟ ਸ਼ੀਟ ਨਾਲ ਨਹੀਂ ਬਦਲਿਆ, ਇਹ ਤੋਂ ਪਹਿਲਾਂ ਬਦਲਤਾ ਸਾਰਾ ਕੁਝ, ਜਿਹਦੇ ਵਿੱਚੋਂ ਜ਼ਰੂਰੀ ਵਿਸ਼ੇ ਚੋਂ ਬਾਕੀ ਪਾਤਾ। ਹਿੰਦੀ ਜ਼ਰੂਰੀ, ਹਿੰਦੀ ਇਲੈਕਟਿਵ ਜ਼ਰੂਰੀ ਵਿਸ਼ੇ 'ਚ ਪਾਈ ਹੋਈ ਹੈ, ਕੋਰ ਹਿੰਦੀ ਜ਼ਰੂਰੀ 'ਚ ਪਾਈ ਹੋਈ ਹੈ, ਅੰਗਰੇਜ਼ੀ
ਜ਼ਰੂਰੀ ਚ ਪਾਈ ਹੋਈ ਆ, ਕੋਰ ਅੰਗਰੇਜ਼ੀ ਜ਼ਰੂਰੀ ਚ ਪਾਈ ਹੈ, ਪਰ ਬਾਕੀ ਭਾਸ਼ਾਵਾਂ ਜ਼ਰੂਰੀ ਵਿਸ਼ੇ ਚ ਨਹੀਂ ਹੈਗੀਆਂ। ਨੰਬਰ 1। ਨੰਬਰ 2, ਜ਼ਰੂਰੀ ਤੋਂ ਬਾਅਦ ਵੀ ਉਹ ਇੰਨੀਆਂ ਨਗੂਨੀਆਂ ਕਰਤੀਆਂ ਕਿ ਕੋਈ ਵੀ ਸਕੂਲ ਕਹਿੰਦੇ ਮੈਂ ਨਹੀਂ ਪੜਾਉਣਾ ਤਾਂ ਉਹਨੂੰ ਕਿਹਾ ਨਹੀਂ ਜਾ ਸਕਦਾ। ਉਹ ਕਹਿੰਦਾ ਜੀ ਮੇਰੇ ਕੋਲ ਤਾਂ ਟੀਚਰ ਹੀ ਨਹੀਂ, ਮੈਂ 2 ਬੱਚਿਆਂ ਵਾਸਤੇ ਮੈਂ ਨਹੀਂ ਪੜਾਉਣਾ। ਜਦ ਕਿ ਹਰ ਸੂਬੇ ਦੇ ਵਿੱਚ ਮਾਤ ਭਾਸ਼ਾ 'ਚ ਪੜ੍ਹਾਈ ਹੋਣੀ ਚਾਹੀਦੀ ਹੈ, ਪਰ ਮਾਤ ਭਾਸ਼ਾ ਦਾ ਗਿਆਨ ਤਾਂ ਹੋਣਾ ਜ਼ਰੂਰੀ ਹੈ। ਪੜ੍ਹਾਈ ਮਾਤ ਭਾਸ਼ਾ ਤੋਂ ਬਿਨਾਂ ਤੁਸੀਂ ਸਾਇੰਸ, ਇੰਜੀਨੀਅਰਿੰਗ, ਐਗਰੀਕਲਚਰ, ਬਿਜ਼ਨਸ ਮੈਨੇਜਮੈਂਟ, ਕੰਪਿਊਟਰ, ਜੇ ਤੁਹਾਨੂੰ ਮਾਤ ਭਾਸ਼ਾ ਦਾ ਗਿਆਨ ਨਹੀਂ, ਤੁਹਾਨੂੰ ਉਹਦੀ ਜਿਹੜੇ ਸੰਕਲਪ ਨੇ ਉਹ ਸਮਝ ਨਹੀਂ ਆਉਣੇ। ਸੰਕਲਪ ਮਾਤ ਭਾਸ਼ਾ ਸਮਝ ਆਉਂਦੇ ਨੇ, ਲਿਖਦੇ ਤੁਸੀਂ ਫਿਰ ਵੀ ਅੰਗਰੇਜ਼ੀ 'ਚੋਂ ਜਾਂ ਉਹੀ ਜਿਹੇ ਸ਼ਬਦ ਲਿਖ ਦਿੰਦੇ ਹੋ। ਜਿੰਨਾ ਚਿਰ ਜੇ ਤੁਸੀਂ ਮੈਂ ਰੋਜ਼ ਟਰਾਂਸਲੇਸ਼ਨ ਜਦ ਕਰਦਾ, ਉਹ ਡਿਕਸ਼ਨਰੀ ਇਹਦੇ ਥੱਲੇ ਪਈ ਆ ਕੰਪਿਊਟਰ 'ਤੇ, ਬੜੀ ਸੋਹਣੀ ਡਿਕਸ਼ਨਰੀ ਆ ਪੰਜਾਬ ਦੀ ਛਪੀ ਹੋਈ, ਇੰਨੇ ਵਿਦਵਾਨਾਂ ਨੇ, ਔਰ 40 ਸਾਲ ਪੁਰਾਣੀ ਆ, 45 ਸਾਲ। ਕਦੇ ਮੈਨੂੰ ਉਹਦੇ 'ਚ ਨਹੀਂ, ਜੇ ਕਿਤੇ ਮੈਨੂੰ ਦਿੱਕਤ ਆਵੇ ਮੈਂ ਅੰਗਰੇਜ਼ੀ ਦਾ ਅੰਗਰੇਜ਼ੀ 'ਚ ਮੀਨਿੰਗ ਪਹਿਲਾਂ ਦੇਖਦਾ, ਫਿਰ ਉਹਨੂੰ ਪੰਜਾਬੀ 'ਚ ਕਰਦਾ ਵੀ ਇਹਦਾ ਮਤਲਬ ਆਹ ਹੋਣਾ। ਸੋ ਮਤਲਬ ਸਮਝਣ ਵਾਸਤੇ ਤੁਹਾਨੂੰ ਪੰਜਾਬੀ ਆਉਣੀ ਚਾਹੀਦੀ ਹੈ, ਲਿਖਣ ਵੇਲੇ ਤੁਹਾਨੂੰ ਅੰਗਰੇਜ਼ੀ ਆਉਣੀ ਚਾਹੀਦੀ ਹੈ ਜੇ ਅੰਗਰੇਜ਼ੀ 'ਚ ਲਿਖਣਾ। ਸੋ ਜਿੰਨਾ ਚਿਰ ਪੰਜਾਬੀ 'ਚ ਪੜ੍ਹਾਇਆ ਨਹੀਂ ਜਾਂਦਾ, ਪੰਜਾਬੀ 'ਚ ਕਹਿੰਦੇ ਨੇ ਵੀ ਕਿਸੇ ਵੀ ਪੜ੍ਹਾਉਣ ਦਾ ਅਸੂਲ ਨੇ ਜਿਹੜੇ, ਉਹ ਹੈਗਾ ਜਾਣੇ ਤੋਂ ਅਣਜਾਣੇ ਵੱਲ। ਜਾਣਿਆ ਕੀ ਆ ਬੱਚੇ ਦਾ, ਦੱਸੋ ਮੈਨੂੰ। 5ਵੀਂ 7ਵੀਂ 8ਵੀਂ ਦਾ ਬੱਚਾ ਕਿਹੜੀ ਚੀਜ਼ ਜ਼ਿਆਦਾ ਜਾਣਦਾ ਭਾਸ਼ਾ ਦੇ ਤੌਰ ਤੇ? ਪੰਜਾਬੀ 'ਚ ਹੀ ਜਾਂਦਾ ਨਾ। ਸੌਖੇ ਤੋਂ ਔਖੇ ਵੱਲ, ਸੌਖੀ ਕਿਹੜੀ ਆ ਉਹਦੇ ਵਾਸਤੇ? ਪੰਜਾਬੀ। ਫਿਰ ਸਸੂਲ ਤੋਂ ਸੂਖਮ ਵੱਲ, ਗਾਂ ਉਹਨੂੰ ਜ਼ਿਆਦਾ ਸਸੂਲ ਹੈ ਕਿ ਕਾਊ ਸਸੂਲ ਹੈ? ਠੀਕ ਹੈ। ਇਸਤਰੀ ਜਾਂ ਔਰਤ ਸਸੂਲ ਹੈ ਜਾਂ ਸਤਰੀ ਸਸੂਲ ਹੈ? ਸਤਰੀ ਤਾਂ ਸਾਨੂੰ ਅਸੀਂ ਪੜ੍ਹਦੇ ਹੁੰਦੇ ਸੀ, ਕਹਿੰਦੇ ਸਤਰੀ ਕਿਵੇਂ ਲਿਖਤਾ। ਸੋ ਇਸ ਕਰਕੇ ਇਹ ਪੜ੍ਹਾਈ ਦੇ ਅਸੂਲਾਂ ਦੇ ਵੀ ਗਲਤ ਹੈ। ਇਹ ਸਿੱਖਿਆ ਜਿਹਨੂੰ ਅਸੀਂ ਕਹਿੰਦੇ ਹਾਂ ਪੀਡਾਗੋਗੀ, ਪੜ੍ਹਾਉਣ ਦੀ ਵਿਗਿਆਨ, ਸਿੱਖਣ ਸਿਖਾਉਣ ਦੇ ਵਿਗਿਆਨ ਦੇ ਵੀ ਉਲਟਾ ਹੈ CBSE ਦਾ ਫੈਸਲਾ। ਪਰ ਇਹ ਬਾਇਸ ਨਾਲ ਕਰਿਆ ਹੈ, ਇਹ ਜਾਣ ਬੁੱਝ ਕੇ ਕਰਿਆ ਗਿਆ ਹੈ। ਇਹ ਕੇਂਦਰ ਨੇ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ ਜਿਹੜੀ ਉਹ ਪਾਸ ਕਰੀ, ਉਹਦੇ ਅੰਡਰ ਹੋਇਆ, ਤੇ ਹੁਣ ਆਹ ਡੇਟ ਸ਼ੀਟ ਕਰਕੇ ਰੌਲਾ ਪੈ ਗਿਆ। ਬਾਕੀ ਨੂੰ ਪਤਾ ਹੀ ਨਹੀਂ ਸੀ ਪਹਿਲਾਂ ਵੀ ਆਹ ਕਰਤਾ, ਕਰਿਆ ਹੋਇਆ ਪਹਿਲਾਂ ਦਾ। ਡੇਟ ਸ਼ੀਟ 'ਚ ਮਾਈਨਰ ਮੇਜਰ ਕਹੀ ਜਾਣ, ਕੋਈ ਫਰਕ ਨਹੀਂ ਪੈਂਦਾ, ਤੇ ਪਰ ਉਹਦਾ ਹੱਕ ਦੇ ਦੇਣ। ਮੈਂ ਕਹਿੰਦਾ ਕਹਿ ਦੇਣ ਵੀ ਪੰਜਾਬ ਨੂੰ ਅਸੀਂ PANJAB ਲਿਖਣਾ ਜਾਂ PUNJAB ਲਿਖਣਾ, ਮੈਂ ਉਹ 'ਤੇ ਕੋਈ ਝਗੜਾ ਕਰਨ ਨੂੰ ਤਿਆਰ ਨਹੀਂ, ਸਾਡੇ ਹੱਕ ਦੇ ਦੇਣ, ਨਾਮ ਅਸੀਂ ਆਪੇ ਦੇਖ ਲਾਂਗੇ। ਇਹ ਨਾਮ ਦੇ ਝਗੜੇ 'ਚ ਪੈਂਦੇ ਨੇ, ਹੱਕ ਦੀ ਗੱਲ ਨਹੀਂ ਕਰਦੇ। ਮੇਜਰ ਮਾਈਨਰ, ਮੈਂ ਫਿਰ ਕਹਿਣਾ ਲਾਸਟ ਗੱਲ, ਜਿੰਨੇ ਬੁੱਧੀਜੀਵੀ ਨੇ, ਜਿੰਨੇ ਸਰਕਾਰ ਦੇ ਪੋਲੀਟੀਸ਼ੀਅਨ ਨੇ, ਜਿੰਨੇ ਸਰਕਾਰ ਦੇ ਬਿਊਰੋਕਰੇਟ ਨੇ, ਇਹ ਸਮਝ ਲੈਣ ਜੇ ਅੱਜ ਇਹ ਆਪਣਾ CBSE ਕਹਿ ਵੀ ਦੇਵੇ ਚੰਗਾ ਜੀ ਅਸੀਂ ਇਹਨੂੰ ਮੇਜਰ ਕਹਿਤਾ, ਤਾਂ ਵੀ ਇਹਦੀ ਸਥਿਤੀ ਨਹੀਂ ਬਦਲਣੀ। ਸਥਿਤੀ ਉਦੋਂ ਬਦਲਣੀ ਹੈ ਜਦ ਇਹਨੂੰ ਜ਼ਰੂਰੀ ਵਿਸ਼ੇ 'ਚ ਪਾਇਆ ਜਾਏਗਾ, ਵਨ ਆਫ ਦੀ ਕੰਪਲਸਰੀ ਸਬਜੈਕਟਸ। ਇੱਕ ਦੂਜੀ ਗੱਲ ਇਹ ਤਾਂ ਬਦਲਣੀ ਹੈ ਜੇ ਸਾਡੇ ਸੂਬੇ, ਇੱਥੇ ਸੂਬੇ ਦੇ ਉੱਤੇ ਕੇਂਦਰ ਦੇ ਅਧਿਕਾਰਾਂ ਦਾ ਝਗੜਾ ਹੈ। ਸੋ ਇਸ ਕਰਕੇ ਅੱਜ ਮੈਂ ਇਹ ਕਹਾਂਗਾ, ਜਿਹੜੀ ਇਹ ਸਰਕਾਰ ਹੈ ਇਹ ਵੀ ਕੇਂਦਰ ਨਾਲ ਲੜਾਈ ਕਰੇ ਵੀ ਸਾਡੇ ਅਧਿਕਾਰਾਂ ਦਾ ਸਵਾਲ ਹੈ। ਤੇ ਇਹੀ ਗੱਲ ਜਿਹੜੇ ਲੋਕ ਨੇ, ਜੇ ਵਿਰੋਧੀ ਪਾਰਟੀ ਦੀ ਹਿੰਮਤ ਉਹ ਵੀ ਇਹੀ ਕਹਿਣ, ਇੱਕ ਦੂਜੇ ਨੂੰ ਦੋਸ਼ ਦੇਣ ਦੀ ਬਜਾਏ, ਤੇ ਜਿਹੜੇ ਲੋਕ ਨੇ ਉਹ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਸਵਾਲ ਕਰਨ ਵੀ ਦੱਸੋ ਤੁਸੀਂ ਸੂਬੇ ਦੇ ਅਧਿਕਾਰਾਂ ਨੂੰ ਕਿਵੇਂ ਬਚਾਓਗੇ, ਉਹਦਾ ਪੂਰਾ ਬਲੂ ਪ੍ਰਿੰਟ ਦਿਓ ਸਾਨੂੰ, ਉਹਦਾ ਪੂਰਾ ਨਕਸ਼ਾ ਦਿਓ ਕਿ ਅਸੀਂ ਇੱਦਾਂ ਇੱਦਾਂ ਫਾਈਟ ਕਰਾਂਗੇ, ਇੱਦਾਂ ਇੱਦਾਂ ਐਜੀਟੇਸ਼ਨ ਕਰਾਂਗੇ, ਇੱਦਾਂ ਇੱਦਾਂ ਚਿੱਠੀਆਂ ਲਿਖਾਂਗੇ, ਇੱਦਾਂ ਇੱਦਾਂ ਦਾ ਅਧਿਐਨ ਕਰਾਂਗੇ ਕਿ ਸਾਡੇ ਹੱਕ ਨੇ ਜਿਹੜੇ। ਫਿਰ ਇਹ ਦੱਸੋ ਕਿਹੜੇ ਕਿਹੜੇ ਨੇ, ਪਤਾ ਤਾਂ ਹੋਵੇ ਨਾ ਪੋਲੀਟੀਸ਼ੀਅਨ ਨੂੰ ਵੀ ਕੋਆਪਰੇਟਿਵ ਜੀ ਸਾਡੇ ਕੋਲ ਜੀ, ਸੜਕਾਂ ਸਾਡੇ ਕੋਲ ਜੀ, ਟਰਾਂਸਪੋਰਟ ਦਾ ਸਾਡੇ ਕੋਲ ਜੀ, ਐਨਵਾਇਰਨਮੈਂਟ ਸਾਡੇ ਕੋਲ ਜੀ, ਜੰਗਲ ਸਾਡੇ ਕੋਲ ਜੀ, ਪਾਣੀ ਸਾਡੇ ਕੋਲ ਜੀ, ਜ਼ਮੀਨ ਸਾਡੇ ਕੋਲ ਜੀ, ਖੇਤੀ ਸਾਡੇ ਕੋਲ ਜੀ, ਵਪਾਰ ਸਾਡੇ ਕੋਲ ਜੀ। ਇਹ ਪਤਾ ਤਾਂ ਹੋਵੇ ਨਾ ਵੀ ਆਹ ਹੱਕ ਨੇ ਸਾਡੇ, ਸਿੱਖਿਆ ਸਾਡੇ ਕੋਲ ਜੀ, ਮੈਡੀਕਲ ਹੈਲਥ ਸਾਡੇ ਕੋਲ, ਇਹ ਸਾਡੇ ਹੱਕ ਨੇ। ਇਹ ਹੱਕ ਅਸੀਂ ਸੂਬੇ ਉੱਥੋਂ ਕੇਂਦਰ ਤੋਂ ਲੈ ਕੇ ਛੱਡਾਂਗੇ ਤੇ ਐਂ ਲਵਾਂਗੇ, ਉਹਦੇ ਵਾਸਤੇ ਐਜੀਟੇਸ਼ਨ ਕਰਾਂਗੇ, ਚਿੱਠੀਆਂ ਲਿਖਾਂਗੇ, ਤੇ ਜੋ ਵੀ ਕਰਨਾ ਹੋਊ ਚਾਰਾ ਜੀ ਕਰਾਂਗੇ। ਬਹੁਤ ਬਹੁਤ ਧੰਨਵਾਦ ਪ੍ਰੋ ਪੰਜਾਬ ਟੀਮ ਨਾਲ ਜੁੜਨ ਵਾਸਤੇ ਡਾਕਟਰ ਸਾਹਿਬ। ਤਾਂ ਜਿਵੇਂ ਕਿ ਤੁਸੀਂ ਜਾਣਦੇ, ਡਾਕਟਰ ਸਾਹਿਬ ਨੇ ਬੜੀ ਬੇਬਾਕੀ ਨਾਲ ਆਪਣਾ ਪੱਖ ਰੱਖਿਆ, ਸਗੋਂ ਕਿ ਜਿਹੜਾ ਸਾਰਾ ਮਸਲਾ ਹੈ ਉਹਦਾ ਨਿਚੋੜ ਕੱਢਿਆ। ਨਾਲ ਦੀ ਨਾਲ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਜਿਹੜੇ ਮੌਜੂਦਾ ਸਿੱਖਿਆ ਮਾਹਿਰ ਸਰਕਾਰ ਨਾਲ ਜੁੜੇ ਹੋਏ ਨੇ, ਜਿਹੜਾ ਸਲਾਹ ਦਿੰਦੇ ਨੇ ਮੰਤਰੀਆਂ ਨੂੰ ਵੀ, CM ਨੂੰ ਵੀ ਤੁਸੀਂ ਕੀ ਕਰਦੇ ਸੀ ਜਦੋਂ ਇਹ ਪਾਲਿਸੀ ਬਣੀ ਸੀ। ਇਹਦਾ ਰੌਲਾ ਹੁਣ ਉੱਠਿਆ, ਪਰ ਮੁੱਦਾ ਬਹੁਤ ਪੁਰਾਣਾ ਹੈ। ਪਹਿਲਾਂ ਵੀ ਇਸ ਦੇ ਉੱਤੇ ਸਵਾਲ ਚੱਕੇ ਜਾਣੇ ਚਾਹੀਦੇ ਸੀ, ਸਰਕਾਰ ਨੂੰ ਬਰੀਫ ਕੀਤਾ ਜਾਣਾ ਚਾਹੀਦਾ ਸੀ। ਤੇ ਨਾਲ ਦੀ ਨਾਲ ਜਿਹੜੇ ਮੌਜੂਦਾ ਸਰਕਾਰ ਦੇ ਮੰਤਰੀ ਨੇ, CM ਨੇ, ਉਹਨਾਂ ਨੂੰ ਕਿਹਾ ਵੀ ਤੁਸੀਂ ਨਾਮ ਦੀ ਜਿਹੜੀ ਰਾਜ ਉਹਦੇ ਚ ਨਾ ਪਾਓ, ਸਗੋਂ ਕਿ ਆਪਣੇ ਹੱਕ ਲੈਣ ਦੀ ਗੱਲ ਕਰੋ। ਚੰਡੀਗੜ੍ਹ ਤੋਂ ਕੈਮਰਾਮੈਨ ਮਨਪ੍ਰੀਤ ਸਿੰਘ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ TV।